हेलो दोस्तों, वेलकम टू बालाजी एजुकेशन पॉइंट। दोस्तों ਅੱਜ ਦੀ ਵੀਡੀਓ ਵਿੱਚ ਆਪਾਂ ਜਿਹੜੇ ਸਪੈਸ਼ਲ ਨੀਡਸ ਬੱਚੇ ਨੇ ਉਹਨਾਂ ਦੀ ਆਪਾਂ ਗੱਲ ਕਰਾਂਗੇ ਵੀ ਕਿਹੜੇ ਹੁੰਦੇ ਆ। ਤੇ ਦੇਖੋ ਆਪਣਾ ਮੇਨ ਟੌਪਿਕ ਅੱਜ ਕਿਹੜਾਗਾ ਡਿਵੈਲਪਮੈਂਟ ਆਫ ਚਿਲड्रन ਵਿਦ ਸਪੈਸ਼ਲ ਨੀਡਸ। ਠੀਕ ਹੈ, CWSN। ਠੀਕ ਹੈ, ਇਸ ਦਾ ਨਾਮ ਆ ਜਿਹੜਾ ਮਤਲਬ ਕਿ ਚਿਲड्रन ਵਿਦ ਸਪੈਸ਼ਲ ਨੀਡਸ। CWSN ਇਹ ਤਾਂ ਸ਼ਾਰਟ ਫਾਰਮ ਦੇ ਵਿੱਚ ਆ ਗਿਆ। ਇਹ ਵੀਡੀਓ मतलब कि ਉਹਨਾਂ ਮਤਲਬ ਇਸ ਲਈ ਵੈਰੀ ਇੰਪੋਰਟੈਂਟ ਹੈ ਕਿਉਂਕਿ ਇਹਦੇ ਵਿੱਚ ਤੁਹਾਨੂੰ ਬੱਚਿਆਂ ਦੇ ਜਿਹੜੇ ਟਾਈਪਸ ਦੇ ਬਾਰੇ ਪਤਾ ਹੋਣਾ ਚਾਹੀਦਾ। ਤੁਹਾਨੂੰ ਕਲਾਸ ਦੇ ਵਿੱਚ ਅਲੱਗ ਤਰ੍ਹਾਂ ਦੇ ਬੱਚੇ ਦੇਖਣ ਨੂੰ ਮਿਲਣਗੇ। ਤੁਹਾਨੂੰ ਪਤਾ ਹੈ ਵੀ ਇੱਕ ਦੋ ਬੱਚੇ ਨੇ ਜਿਹੜੇ ਜਾਂ ਕੋਈ ਵੀ ਇਨਸਾਨ ਲਗਾ ਲਓ ਵੀ ਇੱਕੋ ਜਿਹੇ ਨਹੀਂ ਹੁੰਦੇ। ਉਹਨਾਂ ਦੀ ਆਦਤਾਂ, ਉਹਨਾਂ ਦਾ ਟੈਲੈਂਟ ਸਭ ਵੱਖਰਾ ਹੁੰਦਾ ਹੈ। ਉਹਨਾਂ ਦੇ ਕਿਉਂਕਿ ਖਾਣ ਪੀਣ ਵੀ, ਉਹਨਾਂ ਦੇ ਸ਼ੌਂਕ ਵੀ ਅਲੱਗ ਹੁੰਦੇ ਆ। ਤਾਂ ਉਸ ਦੇ ਆਧਾਰ ਤੇ ਆਪਾਂ ਬੱਚਿਆਂ ਦੀ ਜਿਹੜੀ ਉਹਨਾਂ ਨੂੰ ਜਿਹੜੀ ਆਪਾਂ ਨੇ ਟੀਚ ਕਰਨਾ, ਉਹਨਾਂ ਨੂੰ ਇਹ ਸਾਰੀ ਚੀਜ਼ਾਂ ਨੂੰ ਧਿਆਨ ਵਿੱਚ ਰੱਖ ਕੇ ਕਰਨਾ ਹੁੰਦਾ ਵੀ ਬੱਚਾ ਜਿਹੜਾ ਕਿਸ ਤਰ੍ਹਾਂ ਦੇ ਜੋ ਹੈ ਆਪਣੀ ਕੁਆਲਿਟੀਜ਼ ਰੱਖਦਾ ਹੈ, ਉਸ ਦੇ ਹਿਸਾਬ ਨਾਲ ਆਪਾਂ ਬੱਚੇ ਨੂੰ ਐਜੂਕੇਸ਼ਨ ਦੇਣੀ ਹੁੰਦੀ ਆ। ਦੇਖੋ ਇਸ ਵੀਡੀਓ ਵਿੱਚ ਆਪਾਂ ਬੱਚਿਆਂ ਦੇ ਟਾਈਪਸ ਕਰਾਂਗੇ ਵੀ ਕਿਹੜੇ ਬੱਚੇ ਜਿਹੜੇ ਵੀ ਗਿਫਟਡ ਬੱਚੇ ਹੁੰਦੇ ਆ, ਕਿਹੜੇ ਕ੍ਰੀਏਟਿਵ ਬੱਚੇ ਹੁੰਦੇ ਆ, ਕਿਹੜੇ ਬੱਚੇ ਡੈਲੀਕੁਐਂਟ ਹੁੰਦੇ ਆ, ਕਿਹੜੇ ਬੱਚੇ ਆ ਜਿਹੜੇ ਸਾਰੇ ਜੋ ਹੈ ਕਿੰਨਾਂ ਨੂੰ ਸਪੈਸ਼ਲ ਐਜੂਕੇਸ਼ਨ ਦੀ ਲੋੜ ਪੈਂਦੀ ਹੈ, ਜਿਨ੍ਹਾਂ ਵਿੱਚ ਜੋ ਆਪਾਂ ਕਹਿ ਸਕਦੇ ਵੀ ਮੈਂਟਲੀ ਰਿਟਾਰਟਡ ਹੁੰਦੇ ਆ, ਦਿਮਾਗੀ ਤੌਰ ਤੇ ਜੋ ਬੱਚੇ ਕੁਝ ਨਹੀਂ ਪ੍ਰੋਪਰ ਕੇ ਸਮਝ ਪਾਉਂਦੇ, ਬੈਕਵਰਡ ਬੱਚੇ ਹੁੰਦੇ ਆ, ਉਹਨਾਂ ਸਾਰਿਆਂ ਦੀ ਆਪਾਂ ਗੱਲ ਕਰਾਂਗੇ। ਵੀਡੀਓ ਨੂੰ ਧਿਆਨ ਨਾਲ ਸੁਣਨਾ, ਐਂਡ ਤੱਕ ਸੁਣਨਾ ਤੇ ਸਾਰੇ ਜੋ ਗੱਲਾਂ ਨੇ ਉਹਨਾਂ ਨੂੰ ਜੋ ਮੇਨ ਨੇ ਉਹ ਨੋਟ ਵੀ ਕਰ ਲੈਣਾ। ਮੈਂ ਤੁਹਾਨੂੰ ਦੱਸਦਿਆ ਕਰੂੰਗਾ ਤੇ ਵੀਡੀਓ ਨੂੰ ਜਦੋਂ ਵੀ ਦੇਖੋ ਤਾਂ ਇਹ ਨਾ ਹੋਵੇ ਕਿ ਤੁਸੀਂ ਵਿੱਚੋਂ ਜੋ ਕੱਟ ਕੇ ਵੀ ਲੱਗੇ, ਇਸ ਨੂੰ ਕੰਟੀਨਿਊ ਸੁਣੋਗੇ ਤੁਹਾਡੇ ਫਿਰ ਹੀ ਸਾਰੀਆਂ ਗੱਲਾਂ ਨੇ ਜਿਹੜੀਆਂ ਉਹ ਯਾਦ ਰਹਿਣੀਆਂ। ਦੇਖੋ ਆਪਾਂ ਗੱਲ ਕਰਨੀ ਪਹਿਲਾਂ ਦੇਖੋ ਕਿਹੜੇ ਬੱਚੇ ਹੁੰਦੇ ਆ ਤਾਂ ਨੀਡਸ ਆਫ ਦੀ ਸਟੂਡੈਂਟਸ ਆਰ ਨਾਟ ਸੇਮ। ਕਿਸੇ ਵੀ ਬੱਚੇ ਦੇ ਜਿਹੜੇ ਨੀਡਸ ਨੇ ਉਹ ਸੇਮ ਨਹੀਂ ਹੁੰਦੀਆਂ, ਸਭ ਦੇ ਨੀਡਸ ਵੱਖਰੇ। ਆਪਾਂ ਖੁਦ ਹੀ ਇਨਸਾਨ ਹੈਗੇ, ਆਪਣੇ ਜਿਹੜੇ ਨੀਡਸ ਨੇ ਉਹ ਵੱਖਰੇ ਨੇ। ਦੂਸਰੇ ਕੋਈ ਆਪਣੇ ਨਾਲ ਸਾਥੀ ਹੈ, ਉਸਦੇ ਨੀਡਸ ਅਲੱਗ ਨੇ, ਉਹਦੇ ਸ਼ੌਂਕ ਅਲੱਗ ਨੇ, ਉਸਦਾ ਟੈਲੈਂਟ ਅਲੱਗ ਹੈ। ਠੀਕ ਹੈ, ਡਿਫਰੈਂਟ ਸਟੂਡੈਂਟਸ ਹੈਵ ਡਿਫਰੈਂਟ ਨੀਡਸ। ਅਲੱਗ-ਅਲੱਗ ਬੱਚਿਆਂ ਦੇ ਅਲੱਗ-ਅਲੱਗ ਜੋ ਹੈ ਨੀਡਸ ਨਹੀਂ ਆ। ਠੀਕ ਹੈ, ਉਸ ਦੇ ਆਧਾਰ ਤੇ ਵੀ ਇਹ ਨਹੀਂ ਹੈਗਾ ਵੀ ਜੇ ਆਪਾਂ ਕਲਾਸ ਦੇ ਵਿੱਚ ਸਾਰੇ ਆਪਣੀ ਕਲਾਸ ਬੈਠੀ ਆ, ਇਹ ਤਾਂ ਹੈ ਨਹੀਂ ਕਿ ਸਾਰੇ ਬੱਚਿਆਂ ਨੂੰ ਜਿਹੜਾ ਆਪਾਂ ਜਦੋਂ ਕਰਵਾ ਰਹੇ ਹਾਂ ਵੀ ਸਾਰੇ ਬੱਚੇ ਸੇਮ ਸਮਝਣੇ ਨੇ, ਸਾਰੇ ਬੱਚਿਆਂ ਦਾ ਜੋ ਮੈਂਟਲੀ ਲੈਵਲ ਇੱਕੋ ਜਿਹਾ ਨਹੀਂ, ਬਿਲਕੁਲ ਵੀ ਨਹੀਂ ਹੁੰਦਾ। ਕਦੇ ਵੀ ਨਹੀਂ ਹੁੰਦਾ ਵੀ ਸਾਰੇ ਬੱਚਿਆਂ ਦਾ ਜਿਹੜਾ ਮੈਂਟਲ ਲੈਵਲ ਆ ਉਹ ਇੱਕੋ ਜਿਹਾ ਹੋਊਗਾ। ਤਾਂ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਗਾ ਵੀ ਬੱਚਿਆਂ ਨੂੰ ਜਦੋਂ ਆਪਾਂ ਟੀਚ ਕਰਵਾ ਰਹੇ ਹਾਂ ਕਿ ਕੁਝ ਵੀ ਆਪਾਂ ਨੂੰ ਬੱਚਿਆਂ ਨੂੰ ਕਰਵਾ ਰਹੇ ਹਾਂ ਤਾਂ ਉਹਨਾਂ ਬੱਚਿਆਂ ਦਾ ਧਿਆਨ ਰੱਖਣਾ ਵੀ ਜਿਹੜੇ ਬੱਚਿਆਂ ਦਾ ਇੰਟਰਸਟ ਆ ਪ੍ਰੋਪਰ ਉਸਦੇ ਆਪਾਂ ਉਸਦੇ ਹਿਸਾਬ ਨਾਲ ਟੀਚਿੰਗ ਮੈਥਡ ਆਪਣੇ ਯੂਜ਼ ਕਰਨੇ ਹੁੰਦੇ ਆ। ਦੇਖੋ ਆਪਾਂ ਗੱਲ ਕਰ ਰਹੇ ਹਾਂ ਇਹਦੇ ਵਿੱਚ ਪਹਿਲਾ ਗਾ ਵੀ ਐਕਸੈਪਸ਼ਨਲ ਚਿਲड्रन ਵੀ ਇਸ ਨੂੰ ਕਿਹਾ ਜਾਂਦਾ। ਕਈ ਵਾਰ ਤੁਹਾਨੂੰ ਸ਼ਬਦ ਆ ਜਾਏ ਐਕਸੈਪਸ਼ਨਲ ਚਿਲड्रन ਵੀ ਕਿਹੜੇ ਹੁੰਦੇ ਆ ਤਾਂ ਯਾਦ ਰੱਖੋ ਜੋ ਐਕਸੈਪਸ਼ਨਲ ਚਿਲड्रन ਹੁੰਦੇ ਆ ਉਹ ਵੀ ਵਿਸ਼ੇਸ਼ ਬੱਚੇ, ਸਪੈਸ਼ਲ ਬੱਚੇ ਹੀ ਆਉਂਦੇ। ਕੁਝ ਲੋਕ ਜੋ ਹੈ ਜਾਂ ਫਿਰ ਕੁਝ ਸੋਚਦੇ ਹੋਣਗੇ ਵੀ ਸਪੈਸ਼ਲ ਨੀਡਸ ਬੱਚੇ ਸਿਰਫ ਇਹੀ ਹੋ ਸਕਦਾ ਜਾਂ ਤਾਂ ਵੀ ਮੈਂਟਲੀ ਰਿਟਾਰਟਡ ਹੋ ਸਕਦੇ ਆ ਵੀ ਜਾਂ ਬੈਕਵਰਡ ਹੋ ਸਕਦਾ ਜਾਂ ਹੈਂਡੀਕੈਪਟ ਹੋ ਸਕਦਾ। ਬਿਲਕੁਲ ਵੀ ਨਹੀਂ। ਜਿਹੜੇ ਬੱਚੇ ਇੰਟੈਲੀਜੈਂਟ ਹੁੰਦੇ ਆ, ਜਿਨ੍ਹਾਂ ਵਿੱਚ ਆਪਾਂ ਗਿਫਟਡ ਬੱਚੇ ਕਹਿ ਸਕਦੇ, ਕ੍ਰੀਏਟਿਵ ਬੱਚੇ ਹੁੰਦੇ ਆ, ਉਹ ਵੀ ਇਹਨਾਂ ਵਿੱਚ ਆਉਂਦੇ ਆ। ਠੀਕ ਹੈ, ਕਈਆਂ ਨੂੰ ਇਹ ਲੱਗਦਾ ਹੋਊਗਾ ਵੀ ਸਪੈਸ਼ਲ ਨੀਡਸ ਉਹਨਾਂ ਲੋੜ ਹੁੰਦੀ ਵੀ ਜਿਨ੍ਹਾਂ ਨੂੰ ਸਹਾਰੇ ਦੀ ਲੋੜ ਪਏ। ਨਹੀਂ, ਉਹ ਬੱਚੇ ਵੀ ਜੋ ਸਪੈਸ਼ਲ ਨੀਡਸ ਦੇ ਵਿੱਚ ਆਉਂਦੇ ਆ ਜਿਹੜੇ ਇੰਟੈਲੀਜੈਂਟ ਬਹੁਤ ਹੀ, ਜਿਨ੍ਹਾਂ ਦਾ ਦਿਮਾਗ ਆ ਜਿਹੜਾ IQ ਲੈਵਲ ਆ ਬਹੁਤ ਹੀ ਹਾਈ ਹੁੰਦਾ, ਜਿਨ੍ਹਾਂ ਨੂੰ ਆਪਾਂ ਗਿਫਟਡ ਜਾਂ ਕ੍ਰੀਏਟਿਵ ਕਹਿੰਦੇ ਆ, ਉਹ ਵੀ ਇਸ ਦੇ ਅੰਡਰ ਆਉਂਦੇ ਆ ਕਿਉਂਕਿ ਉਹਨਾਂ ਨੂੰ ਵੀ ਸਪੈਸ਼ਲ ਐਜੂਕੇਸ਼ਨ ਦੀ ਸਪੈਸ਼ਲ ਨੀਡਸ ਜਿਹੜੀ ਲੋੜ ਪੈਂਦੀ ਆ। ਜਿਨ੍ਹਾਂ ਵਿੱਚ ਆਪਾਂ ਪਹਿਲਾਂ ਡੈਲੀਕੁਐਂਟ ਚਿਲड्रन ਕਰਾਂਗੇ, ਜਿਨ੍ਹਾਂ ਵਿੱਚ ਕਦਾਚਾਰੀ ਬੱਚੇ ਹੁੰਦੇ ਆ। ਕਦਾਚਾਰੀ ਬੱਚੇ ਪੰਜਾਬੀ ਚ ਕਹਾਂਗੇ ਡੈਲੀਕੁਐਂਟ ਚਿਲड्रन ਨੂੰ। ਇਹ ਬੱਚੇ ਉਹ ਹੁੰਦੇ ਆ ਵੀ ਜਿਨ੍ਹਾਂ ਨੂੰ ਜਿਹੜਾ ਜਿਨ੍ਹਾਂ ਦੀ ਦਿਮਾਗ ਵੀ ਅੱਛਾ ਹੁੰਦਾ, ਪੜ੍ਹਨ ਦੇ ਵਿੱਚ ਵੀ ਹੁੰਦੇ ਆ, ਬਟ ਇਹਨਾਂ ਦਾ ਜਿਹੜਾ ਜੋ ਕਿਰਿਆਵਾਂ ਨੇ, ਜਿਹੜੀਆਂ ਐਕਟੀਵਿਟੀਜ਼ ਨੇ ਉਹ ਕੀ ਹੁੰਦੇ, ਅਪਰਾਧ ਭਰੇ ਹੁੰਦੇ ਨੇ। ਇਹ ਅਜਿਹੀਆਂ ਹਰਕਤਾਂ ਕਰਦੇ ਆ ਵੀ ਜਿਹੜੇ ਟੀਚਰ ਆ, ਮਤਲਬ ਕਿ ਤੁਸੀਂ ਦੇਖੇ ਹੋਣਗੇ ਸਕੂਲ ਦੇ ਵਿੱਚ, ਆਪਾਂ ਖੁਦ ਵੀ ਜਦੋਂ ਸਕੂਲ ਦੇ ਵਿੱਚ ਪੜ੍ਹਿਆ ਆਪਾਂ ਨੂੰ ਕੁਝ ਜੋ ਬੱਚੇ ਤੁਹਾਨੂੰ ਦੇਖਣ ਨੂੰ ਮਿਲੇ ਹੋਣਗੇ ਜੋ ਅਲੱਗ ਹੀ ਬਿਹੇਵ ਕਰਦੇ ਆ। ਇਹ ਕੀ ਕਰਦੇ ਆ, ਜਾਂ ਤਾਂ ਮਤਲਬ ਕਿ ਅਪਰਾਧ ਕਰਦੇ ਆ, ਜੋ ਆਪਾਂ ਕਹਿੰਦੇ ਜਾਲੀ ਸਾਈਨ ਕਰਵਾ ਕੇ ਲੈ ਕੇ ਆਉਣੇ ਘਰੋਂ, ਜੋ ਬਿਨਾਂ ਗੱਲੋਂ ਭੱਜ ਜਾਣਾ, ਮਤਲਬ ਕਿ ਸਕੂਲ ਦੇ ਵਿੱਚ ਨਾ ਰੁਕਣਾ, ਮਤਲਬ ਕਿ ਚੋਰੀ ਕਰ ਲੈਣਾ ਕਲਾਸ ਦੇ ਬੱਚੇ ਨੇ। ਇਹਨਾਂ ਦੀ ਜਿਹੜੀ ਆਦਤਾਂ ਹੁੰਦੀਆਂ ਨੇ ਵੈਸੇ ਤਾਂ ਨਾਰਮਲ ਹੁੰਦੀਆਂ ਨੇ, ਮਤਲਬ ਕਿ ਛੋਟੇ ਮੋਟੇ ਹੁੰਦੇ ਨੇ, ਬਟ ਇਹ ਹੌਲੀ ਹੌਲੀ ਕੀ ਆ ਇੱਕ ਅਪਰਾਧ ਦਾ ਰੂਪ ਧਾਰਨ ਕਰਦੇ। ਜੇ ਬੱਚੇ ਜਦੋਂ ਵੱਡੇ ਹੁੰਦੇ ਆ ਉਸ ਚੀਜ਼ ਨੂੰ ਆਪਣੇ ਉੱਪਰ ਹਾਵੀ ਕਰ ਲੈਂਦੇ ਆ, ਉਹਨਾਂ ਦੀ ਉਹ ਆਦਤਾਂ ਪੱਕ ਜਾਂਦੀਆਂ ਨੇ। ਤਾਂ ਇਸ ਤਰ੍ਹਾਂ ਦੇ ਬੱਚੇ ਕੀ ਹੁੰਦੇ, ਡੈਲੀਕੁਐਂਟ ਚਿਲड्रन ਹੁੰਦੇ ਆ। ਦੇਖੋ ਹਾਊ ਟੂ ਇੰਪਰੂਵ, ਇਹਨਾਂ ਮੈਂ ਤੁਹਾਨੂੰ ਦੱਸਦਾ ਵੀ ਕਿਹੜੇ ਬੱਚੇ ਹੁੰਦੇ ਡੈਲੀਕੁਐਂਟ ਬੱਚੇ, ਜਿਨ੍ਹਾਂ ਵਿੱਚ ਅਪਰਾਧ ਦੀਆਂ ਜਿਹੜੀਆਂ ਕੁਝ ਐਕਟੀਵਿਟੀਜ਼ ਦੇਖਣ ਨੂੰ ਮਿਲਦੀਆਂ ਨੇ, ਜਿਵੇਂ ਕਿ ਜਾਲੀ ਸਾਈਨ ਕਰਵਾ ਕੇ ਲੈ ਕੇ ਆਉਣਾ, ਕਰਕੇ ਲੈਣਾ ਵੀ ਆਪਣੇ ਖੁਦ ਹੀ ਪੇਰੈਂਟਸ ਦੇ, ਜੇ ਟੀਚਰ ਕਹਿੰਦੇ ਵੀ ਤੂੰ ਪੇਰੈਂਟਸ ਦੇ ਸਾਈਨ ਕਰਵਾ ਲੈ ਤਾਂ ਇਹ ਬੱਚੇ ਕੀ ਕਰਦੇ, ਖੁਦ ਹੀ ਸਾਈਨ ਕਰਵਾ ਲੈਂਦੇ ਆ। ਛੋਟੇ ਮਤਲਬ ਕਿ ਕਲਾਸ ਦੇ ਵਿੱਚ ਬੱਚਿਆਂ ਨੇ ਜਿਹੜੀ ਚੀਜ਼ਾਂ ਦੀ ਚੋਰੀ ਕਰਨੀ, ਗਾਲੀ ਗਲੋਚ ਕਰਨਾ, ਠੀਕ ਹੈ, ਤੇ ਇਸ ਤੋਂ ਇਲਾਵਾ ਕੰਧਾਂ ਉੱਪਰ ਜੋ ਆਪਾਂ ਕਹਿੰਦੇ ਵੀ ਗੰਦਮੰਦ ਗੱਲਾਂ ਲਿਖਣੀਆਂ, ਕੁਝ ਵੀ ਗਲਤ ਲਿਖ ਦੇਣਾ, ਉਹ ਸਾਰੀਆਂ ਗੱਲਾਂ ਇਹਦੇ ਵਿੱਚ ਉਹ ਕਿਹੜੇ ਬੱਚਿਆਂ ਦੇ ਵਿੱਚ ਹੁੰਦੇ ਨੇ, ਉਹ ਡੈਲੀਕੁਐਂਟ ਚਿਲड्रन ਦੇ ਵਿੱਚ ਹੁੰਦੇ ਨੇ। ਆ ਜਾਵੇ ਤੁਹਾਨੂੰ ਸ਼ਬਦ ਡੈਲੀਕੁਐਂਟ ਚਿਲड्रन ਜਿਹਨੇ ਅਪਰਾਧੀ ਭਰੀਆਂ ਜੋ ਹੈ ਐਕਟੀਵਿਟੀਜ਼ ਕਰਦੇ ਆ।
ਹੁਣ ਜੋ ਨੋਰਮਲ ਛੋਟੇ ਬੱਚੇ ਹੁੰਦੇ ਆ, ਇਹ ਨਹੀਂ ਹੈਗਾ ਵੀ ਉਹਨਾਂ ਨਾਲ ਜਿਹੜਾ ਸਖਤਾਈ ਵਾਲਾ ਬਿਹੇਵ ਜ਼ਰੂਰ ਕਰਨਾ ਵੀ ਚਾਹੀਦਾ, ਬਟ ਇਹ ਨਹੀਂ ਹੈਗਾ ਕਿ ਉਹਨਾਂ ਬੱਚਿਆਂ ਉੱਤੇ ਆਪਾਂ ਇਸ ਤਰ੍ਹਾਂ ਦਾ ਜੋ ਐਕਸ਼ਨ ਲੈ ਲਈਏ ਕਿ ਬੱਚੇ ਜਿਹੜਾ ਉਹਨਾਂ ਮੈਂਟਲੀ ਤੌਰ 'ਤੇ ਵੀ, ਬਟ ਕਿਉਂਕਿ ਛੋਟੇ ਨੂੰ ਸਮਝਾਇਆ ਜਾ ਸਕਦਾ, ਇਹਨਾਂ ਵਿੱਚ ਇੰਪਰੂਵਮੈਂਟ ਲਿਆਂਦੀ ਜਾ ਸਕਦੀ ਹੈ। ਜਿਵੇਂ ਮੈਂ ਇੱਥੇ ਲਿਖਿਆ ਹੋਇਆ ਸਹਾਇਕ ਕਿਰਿਆਵਾਂ ਹੋ ਗਈਆਂ ਵੀ ਉਹਨਾਂ ਨੂੰ ਅਜਿਹੇ ਬੱਚਿਆਂ ਨਾਲ ਮਿਲਾ ਕੇ ਉਹਨਾਂ ਨਾਲ ਟੀਚਰ ਦਾ ਕੋਆਪਰੇਸ਼ਨ ਅੱਛਾ ਹੋਣਾ ਚਾਹੀਦਾ, ਟੀਚਰ ਉਸ ਨੂੰ ਅੱਛੀ ਤਰ੍ਹਾਂ ਸਮਝਾ ਸਕਦਾ, ਇਹਨਾਂ ਸਾਰੀ ਚੀਜ਼ਾਂ ਤੋਂ ਅਪਰਾਧ ਭਰੀਆਂ ਐਕਟੀਵਿਟੀਜ਼ ਤੋਂ ਦੂਰ ਲਿਜਾ ਸਕਦਾ ਪੇਰੈਂਟਸ ਨਾਲ ਗੱਲ ਕਰਕੇ। ਇਸ ਤੋਂ ਬਾਅਦ ਪ੍ਰਭਾਵਸ਼ਾਲੀ ਅਧਿਆਪਨ ਵਿਧੀਆਂ ਦਾ ਪ੍ਰਯੋਗ ਕਰ ਸਕਦੇ ਆ ਟੀਚਰ, ਵਧੀਆ ਟੀਚਿੰਗ ਮੈਥਡ ਯੂਜ਼ ਕਰ ਸਕਦੇ ਆ ਡੈਲੀਕੁਐਂਟ ਚਿਲਡਰਨ ਬੱਚਿਆਂ ਨੂੰ ਸੁਧਾਰਨ ਵਾਸਤੇ। ਇਸ ਤੋਂ ਬਾਅਦ ਗੱਲ ਕਰਦੇ ਆ ਪਿਆਰ ਤੇ ਹਮਦਰਦੀ ਭਰਿਆ ਰਵੱਈਆ ਇਹਨਾਂ ਬੱਚਿਆਂ ਪ੍ਰਤੀ ਅਪਣਾ ਸਕਦੇ ਆ। ਇਹ ਬੱਚੇ ਕਿਉਂ ਬਣਦੇ ਆ? ਜਾਂ ਤਾਂ ਇਹਨਾਂ ਦੇ ਘਰ ਦਾ ਮਾਹੌਲ ਹੈ ਜਿਹੜਾ ਉਹ ਇਸ ਤਰ੍ਹਾਂ ਦਾ ਹੁੰਦਾ, ਇਹਨੂੰ ਪਿਆਰ ਨਹੀਂ ਮਿਲਿਆ ਹੁੰਦਾ, ਪੇਰੈਂਟਸ ਨੇ ਉਹਨਾਂ ਦੇ ਜੋ ਹੈ ਆਪਾਂ ਕਹਿੰਦੇ ਹਾਂ ਜੈਨੇਟਿਕ ਵੀ ਹੋ ਸਕਦਾ ਵੀ ਉਹਦੇ ਪੇਰੈਂਟਸ ਦੇ ਵਿੱਚ ਜਿਸ ਤਰ੍ਹਾਂ, ਜਾਂ ਫਿਰ ਪੇਰੈਂਟਸ ਉਹਦੇ ਪ੍ਰਤੀ ਇਹੋ ਜਿਹਾ ਰਵੱਈਆ ਰੱਖਦੇ ਕਿ ਬੱਚਾ ਜਿਹੜਾ ਆਪਣੀ ਇਸ ਚੀਜ਼ ਵਿੱਚ ਖੁਸ਼ੀ ਲੱਭਦਾ, ਇਹ ਸਾਰੇ ਅਪਰਾਧ ਕਰਨੇ ਉਸ ਨੂੰ ਖੁਸ਼ੀ 'ਚ ਮਹਿਸੂਸ ਕਰਦੇ ਵੀ ਉਹ ਘਰ ਦੇ ਉੱਤੇ ਪੇਰੈਂਟਸ ਉਹਦਾ ਪ੍ਰੋਪਰ ਧਿਆਨ ਨਹੀਂ ਦਿੰਦੇ। ਤਾਂ ਇੱਥੇ ਕੀ ਆ, ਪਿਆਰ ਤੇ ਹਮਦਰਦੀ ਜੋ ਰਵੱਈਆ ਉਸ ਦੇ ਪ੍ਰਤੀ ਅਪਣਾਉਣਾ ਤਾਂ ਬੱਚੇ ਦੇ ਵਿੱਚ ਚੇਂਜਸ ਆਉਣਗੇ। ਇਸ ਤੋਂ ਬਾਅਦ ਗੱਲ ਕਰਦੇ ਵੀ ਜਮਾਤ ਦਾ ਆਕਾਰ ਘੱਟ ਕਰਨਾ ਚਾਹੀਦਾ। ਇਹ ਨਹੀਂ ਹੈਗਾ ਵੀ ਕਲਾਸ ਬਹੁਤ ਜ਼ਿਆਦਾ ਵੱਡੀ ਹੈ ਤੇ ਇੱਕ ਟੀਚਰ ਪੜ੍ਹਾ ਰਿਹਾ ਤਾਂ ਓਬਵੀਅਸਲੀ ਇੱਕ ਟੀਚਰ ਹੈ ਜਿਹੜਾ ਉਹਨਾਂ ਧਿਆਨ ਨਹੀਂ ਦੇ ਪਾਊਗਾ ਕਲਾਸ ਦੇ, ਕਿਉਂਕਿ ਵੱਡੀ ਕਲਾਸ ਹੋਊਗੀ ਤਾਂ ਓਬਵੀਅਸਲੀ ਉੱਥੇ ਬੱਚਿਆਂ ਦਾ ਸ਼ੋਰ ਸ਼ਰਾਬਾ ਹੋਊਗਾ, ਆਪਾਂ ਸਾਰੇ ਬੱਚਿਆਂ ਦਾ ਧਿਆਨ ਨਹੀਂ ਰੱਖ ਸਕਦੇ। ਕਲਾਸ ਦਾ ਆਕਾਰ ਇੰਨਾ ਹੋਣਾ ਚਾਹੀਦਾ ਕਿ ਇੱਕ ਟੀਚਰ ਉਹਨੂੰ ਪ੍ਰੋਪਰ ਆ ਜਿਹੜਾ ਸਾਰੀ ਕਲਾਸ ਨੂੰ ਹੈਂਡਲ ਕਰ ਸਕੇ, ਸਾਰੇ ਬੱਚਿਆਂ ਦੇ ਜਿਹੜੇ ਨੀਡਸ ਨੇ ਉਹਨਾਂ ਨੂੰ ਪੂਰਾ ਕਰ ਸਕੇ, ਸਹਾਇਤਾ ਕਰ ਸਕੇ, ਬੱਚਿਆਂ ਦੀ ਹੈਲਪ ਕਰ ਸਕੇ। ਇਸ ਤੋਂ ਇਲਾਵਾ ਧਾਰਮਿਕ ਨੈਤਿਕ ਸਿੱਖਿਆ ਦੇਣੀ ਚਾਹੀਦੀ ਹੈ ਅਜਿਹੇ ਬੱਚਿਆਂ ਨੂੰ, ਕਿਉਂਕਿ ਧਾਰਮਿਕ ਤੇ ਨੈਤਿਕ ਸਿੱਖਿਆ ਕੀ ਹੈ ਬੱਚਿਆਂ ਦੇ ਵਿੱਚ ਚੰਗੇ ਗੁਣ ਪੈਦਾ ਕਰਦੇ। ਤੁਹਾਨੂੰ ਪਤਾ ਇੱਕ ਧਰਮ ਆ ਜਿਹੜਾ ਬੱਚੇ ਨੂੰ ਹੈ ਸਹੀ ਦਿਸ਼ਾ ਵੱਲ ਲੈ ਕੇ ਜਾਂਦਾ, ਨੈਤਿਕ ਸਿੱਖਿਆ ਬੱਚੇ ਨੂੰ ਸਹੀ ਗਲਤ ਦੀ ਪਹਿਚਾਣ ਕਰਵਾਉਂਦੀ ਆ। ਤਾਂ ਇੱਥੇ ਸਾਰੀਆਂ ਚੀਜ਼ਾਂ ਇੰਪੋਰਟੈਂਟ ਨੇ, ਤੁਹਾਨੂੰ ਪਤਾ ਲੱਗ ਗਿਆ ਹੋਊਗਾ ਵੀ ਕਿਸ ਤਰ੍ਹਾਂ ਇਹਨਾਂ ਬੱਚਿਆਂ ਵਿੱਚ ਆਪਾਂ ਇੰਪਰੂਵਮੈਂਟ ਲੈ ਕੇ ਆ ਸਕਦੇ ਹਾਂ। ਇਸ ਤੋਂ ਬਾਅਦ ਆਪਾਂ ਨੈਕਸਟ ਗੱਲ ਕਰਦੇ ਹਾਂ ਗਿਫਟਡ ਚਿਲਡਰਨ ਕਿਹੜੇ ਹੁੰਦੇ ਆ। ਗਿਫਟਡ ਚਿਲਡਰਨ ਉਹ ਹੁੰਦੇ ਆ ਵੀ ਜਿਨ੍ਹਾਂ ਦਾ ਆਈਕਿਊ ਲੈਵਲ ਆ ਬਹੁਤ ਹਾਈ ਹੁੰਦਾ, ਇਹਨਾਂ ਦਾ ਆਈਕਿਊ ਲੈਵਲ ਹੁੰਦਾ 140 ਪਲੱਸ ਆਪਾਂ ਕਹਿ ਸਕਦੇ ਜਾਂ ਫਿਰ 140 ਆਪਾਂ ਕਹਿ ਸਕਦੇ ਹਾਂ ਵੀ ਇਹ ਬੱਚੇ ਇੰਨੇ ਜ਼ਿਆਦਾ ਦਿਮਾਗ ਇਹਨਾਂ ਦਾ ਮੈਂਟਲੀ ਤੌਰ 'ਤੇ ਇਹਨਾਂ ਦਾ ਲੈਵਲ ਹਾਈ ਹੁੰਦਾ ਕਿ ਕਿਸੇ ਵੀ ਚੀਜ਼ ਨੂੰ ਜਦੋਂ ਟੀਚਰ ਕਰਵਾਉਂਦਾ ਬੜੀ ਛੇਤੀ ਕੈਪਚਰ ਕਰ ਲੈਂਦੇ, ਬੜੀ ਛੇਤੀ ਹਰ ਇੱਕ ਚੀਜ਼ ਨੂੰ ਜਿਹੜਾ ਚੰਗੀ ਤਰ੍ਹਾਂ ਦੂਜੇ ਜਿਹੜੇ ਬੱਚੇ ਬੈਠੇ ਆ ਉਹਨੂੰ ਤਾਂ ਬੜੀ ਜਲਦੀ ਕਰ ਲੈਂਦੇ, ਕਿਸੇ ਵੀ ਕੰਮ ਨੂੰ ਜਦੋਂ ਟੀਚਰ ਦੁਆਰਾ ਉਹਨਾਂ ਨੂੰ ਦਿੱਤਾ ਜਾਂਦਾ। ਦੇਖੋ ਇੱਕ ਤਾਂ ਇਹਦਾ ਆਈਕਿਊ ਲੈਵਲ 140 ਜਾਂ 140 ਪਲੱਸ ਹੋ ਸਕਦਾ। ਨੈਕਸਟ ਗੱਲ ਕਰੀਏ ਵੀ ਹਾਈ ਮੈਂਟਲ ਲੈਵਲ ਹੁੰਦਾ ਇਹਨਾਂ ਦਾ। ਇਸ ਤੋਂ ਇਲਾਵਾ ਹਾਈ ਅਚੀਵਮੈਂਟ, ਇਹਨਾਂ ਦੀਆਂ ਪ੍ਰਾਪਤੀਆਂ ਨੇ ਜਿਹੜੇ ਬਹੁਤ ਹਾਈ ਹੁੰਦੀਆਂ ਨੇ। ਜਿਹੜੇ ਬੱਚੇ ਆਪਾਂ ਜੇ ਐਵਰੇਜ ਬੱਚਿਆਂ ਦੀ ਗੱਲ ਕਰੀਏ ਉਹਨਾਂ ਦੇ ਕੰਪੈਰੀਜ਼ਨ ਦੇ ਵਿੱਚ ਇਹਨਾਂ ਦੀ ਜਿਹੜੀ ਅਚੀਵਮੈਂਟਸ ਆ ਬਹੁਤ ਹਾਈ ਹੁੰਦੀ ਆ। ਜੇ ਇਹਨਾਂ ਨੂੰ ਕੋਈ ਵੀ ਜਿਵੇਂ ਆਪਾਂ ਕਲਾਸ ਦੇ ਵਿੱਚ ਜੇ ਆਪਾਂ ਟੈਸਟ ਲਿਆ, ਜੇ ਬਾਕੀ ਬੱਚਿਆਂ ਦੇ ਲਾ ਲਓ ਵੀ 20 ਦੇ ਵਿੱਚੋਂ 10 ਮਾਰਕਸ ਆਇਆ, ਕਿਸੇ ਦੇ 8 17, ਲੇਕਿਨ ਇਹ 20 ਦੇ ਵਿੱਚੋਂ 20 ਮਾਰਕਸ ਹੀ ਲੈ ਕੇ ਜਾਣਗੇ, ਮਤਲਬ ਕਿ ਕਿੰਨਾ ਵੀ ਇਹਨੂੰ ਹਾਰਡ ਕੰਮ ਦੇ ਦਿਓ ਇਹ ਆਰਾਮ ਨਾਲ ਕਰ ਲੈਂਦੇ ਆ, ਮਤਲਬ ਕਿ ਅਚੀਵਮੈਂਟ ਹਾਈ ਹੁੰਦੀ ਆ। ਬਟ ਇਹਨਾਂ ਦੀ ਕੁਝ ਕੁਆਲਿਟੀਜ਼ ਇਹੀ ਨੇ ਕਿ ਵੀ 140 ਪਲੱਸ ਇਹਨਾਂ ਦਾ ਆਈਕਿਊ ਹੁੰਦਾ, ਹਾਈ ਮੈਂਟਲ ਲੈਵਲ ਹੁੰਦਾ ਤੇ ਹਾਈ ਅਚੀਵਮੈਂਟਸ ਹੁੰਦੀਆਂ ਤੇ ਬੈਡ ਹੈਂਡ ਰਾਈਟਿੰਗ ਹੁੰਦੀ ਹੈ ਇਹਦੀ, ਮਤਲਬ ਇਹਦੀ ਹੈਂਡ ਰਾਈਟਿੰਗ ਉਨੀ ਸਾਫ਼ ਸੁਥਰੀ, ਕਿਉਂਕਿ ਇਹਨਾਂ ਨੂੰ ਜਲਦਬਾਜ਼ੀ 'ਚ ਰਹਿੰਦਾ, ਇਹਨਾਂ ਨੂੰ ਇੱਦਾਂ ਹੁੰਦਾ ਕਿ ਅਸੀਂ ਜੋ ਚੀਜ਼ ਆ ਅਸੀਂ ਬਸ ਕਰ ਦਈਏ ਜਲਦੀ ਫਟਾਫਟ ਇਸ ਚੀਜ਼ ਨੂੰ ਕੰਪਲੀਟ, ਕਿਉਂਕਿ ਉਹਨਾਂ ਦੇ ਮਾਈਂਡ ਦੇ ਵਿੱਚ ਇਹ ਚੀਜ਼ਾਂ ਵੀ ਉਹਨਾਂ ਦੇ ਕੈਪਚਰ ਹੁੰਦੇ। ਕੁਝ ਬੱਚਿਆਂ ਦੇ ਵੀ ਸਮਝ ਕੇ ਕਰਨਾ ਵੀ ਟਾਈਮ ਲੱਗਦਾ, ਆਰਾਮ ਨਾਲ ਕਰਦੇ, ਬਟ ਇਹਨੂੰ ਕਹਿੰਦਾ ਬਹੁਤ ਸਪੀਡ ਦੇ ਨਾਲ ਕੰਮ ਕਰਦੇ ਆ, ਇਸ ਕਰਕੇ ਹੈਂਡ ਰਾਈਟਿੰਗ ਦਾ ਇਹਨੂੰ ਧਿਆਨ ਹੁੰਦਾ, ਬੈਡ ਹੈਂਡ ਰਾਈਟਿੰਗ ਕਰਦੇ ਆ। ਇਸ ਤੋਂ ਇਲਾਵਾ ਸ਼ਰਾਰਤਾਂ ਬਹੁਤ ਕਰਦੇ ਆ। ਸ਼ਰਾਰਤਾਂ ਹੁੰਦਾ ਵੀ ਬੱਚੇ ਕਿਉਂਕਿ ਗਿਫਟਡ ਹੋ ਗਏ, ਇਹਨਾਂ ਨੂੰ ਮਤਲਬ ਕਿ ਐਕਟੀਵਿਟੀਜ਼ ਦੂਜਿਆਂ ਨੂੰ ਜ਼ਿਆਦਾ ਕਰਨ ਦੇ ਵਿੱਚ ਆਪਾਂ ਕਹਿੰਦੇ ਮੂਹਰੇ ਹੁੰਦੇ ਆ, ਤਾਂ ਓਬਵੀਅਸਲੀ ਸ਼ਰਾਰਤਾਂ ਕਰਦੇ ਆ ਕਲਾਸ ਦੇ ਵਿੱਚ। ਦੂਜੇ ਤੁਸੀਂ ਦੇਖਿਆ ਹੋਊਗਾ, ਇਹ ਐਗਜ਼ਾਮਪਲਾਂ ਤੁਸੀਂ ਆਮ ਦੇਖੀਆਂ ਹੋਣਗੀਆਂ ਕਲਾਸ ਵਗੈਰਾ ਦੇ ਵਿੱਚ, ਜਾਂ ਕਿਤੇ ਤੁਸੀਂ ਦੇਖੇ ਹੋਊਗਾ ਕਿਤੇ ਨਾ ਕਿਤੇ ਤੁਹਾਨੂੰ ਇਹੋ ਜਿਹਾ ਬੱਚਾ ਮਿਲੂਗਾ ਜੋ ਇੰਟੈਲੀਜੈਂਟ ਹੋਊਗਾ, ਬਹੁਤ ਬਾਵਾ ਇੰਟੈਲੀਜੈਂਟ ਹੋਊ, ਕਲਾਸ ਦੇ ਵਿੱਚ ਦੂਜੇ ਬੱਚੇ ਨੂੰ ਬੜੇ ਮਾਰਕਸ ਜਿਹੜੇ ਹਾਈ, ਬਟ ਉਹ ਸ਼ਰਾਰਤੀ ਹੋਊਗਾ, ਬਹੁਤ ਜ਼ਿਆਦਾ ਸ਼ਰਾਰਤੀ ਵੀ ਦੂਜੇ ਉਹ ਕੰਮ ਜਲਦੀ ਕੰਪਲੀਟ ਕਰਕੇ ਜੋ ਟੀਚਰ ਨੇ ਉਸਨੂੰ ਕਰਵਾਇਆ, ਕਿਉਂਕਿ ਕੈਪਚਰਿੰਗ ਪਾਵਰ ਉਹਦੀ ਹਾਈ ਹੁੰਦੀ ਆ, ਤਾਂ ਉਹ ਸ਼ਰਾਰਤਾਂ ਕਰੂਗਾ ਦੂਜੇ ਬੱਚਿਆਂ ਨਾਲ ਜਿਹੜਾ ਪੰਗੇ ਲਊਗਾ। ਇਸ ਤੋਂ ਇਲਾਵਾ ਵੀ ਘਟੀਆ ਸ਼ਬਦ ਉਚਾਰਨ, ਕਈ ਵਾਰੀ ਕਿ ਇਹੋ ਜਿਹੇ ਬੱਚੇ ਕੀ ਹੁੰਦੇ ਆ ਵੀ ਉਹ ਟੀਚਰ ਨਾਲ ਵੀ ਜਿਹੜਾ ਬੋਲ ਪੈਂਦੇ ਆ, ਉਹਨਾਂ ਨਾਲ ਵੀ ਜੋ ਹੈ ਅਜੀਬ ਬਿਹੇਵ ਕਰਦੇ ਆ, ਉਹਨਾਂ ਨਾਲ ਵੀ ਜੋ ਹੈ ਕਹਿੰਦੇ ਵੀ ਘਟੀਆ ਸ਼ਬਦਾਵਲੀ ਦਾ ਜੋ ਹੈ ਪ੍ਰਦਰਸ਼ਨ ਕਰਦੇ ਆ ਟੀਚਰ ਸਾਹਮਣੇ ਵੀ ਇਹੋ ਜਿਹੇ ਬੱਚੇ। ਤਾਂ ਇਹਨਾਂ ਬੱਚਿਆਂ ਨੂੰ ਆਪਾਂ ਕੀ ਕਰ ਸਕਦੇ ਹਾਂ, ਇਹਨਾਂ ਬੱਚਿਆਂ ਲਈ ਆਪਾਂ ਕੀ ਕਰ ਸਕਦੇ ਹਾਂ, ਯੂਜ਼ ਸਪੈਸ਼ਲ ਟੀਚਿੰਗ ਮੈਥਡ ਯੂਜ਼ ਕਰ ਸਕਦੇ ਹਾਂ, ਠੀਕ ਹੈ, ਐਂਡ ਗਿਵਨ ਐਕਸਟਰਾ ਵਰਕ, ਇਹਨੂੰ ਜੋ ਐਕਸਟਰਾ ਵਰਕ ਦੇ ਸਕਦੇ ਹਾਂ, ਕਿਉਂਕਿ ਦੇਖੋ ਟੀਚਿੰਗ ਮੈਥਡ ਯੂਜ਼ ਕਰਨੇ ਚਾਹੀਦੇ ਆਪਾਂ ਨੂੰ, ਸਪੈਸ਼ਲ ਟੀਚਿੰਗ ਮੈਥਡ ਯੂਜ਼ ਕਰਨੇ ਚਾਹੀਦੇ ਇਹਨਾਂ ਬੱਚਿਆਂ ਵਾਸਤੇ। ਇਹ ਨਹੀਂ ਹੈਗਾ ਵੀ ਕਿਉਂ ਮਤਲਬ ਕਿ ਖਾਸ ਵੀ ਇਹਨਾਂ ਨੂੰ ਕੀ ਆ ਇਸ ਤਰ੍ਹਾਂ ਦਾ ਆਪਾਂ ਨੇ ਟੀਚ ਕਰਨਾ ਇਹਨਾਂ ਨੂੰ ਕਿ ਇਹ ਬੱਚੇ ਨੇ ਜਿਹੜੇ
ਵੀ ਆਪਦੀ ਜਿਹੜੀ ਜਿਵੇਂ ਸ਼ਰਾਰਤ ਕਰਨ ਦਾ ਜਾਂ ਫਿਰ ਘਟੀਆ ਸ਼ਬਦ ਉਚਾਰਨ ਦਾ ਜਿਹੜਾ ਜੋ ਹੈ ਰਸਤਾ ਅਪਣਾਉਂਦੇ ਉਸ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੀਏ। ਇਸ ਤੋਂ ਇਲਾਵਾ ਇਹਨੂੰ ਐਕਸਟਰਾ ਵਰਕ ਆਪਾਂ ਇਹ ਦੇ ਸਕਦੇ ਹਾਂ ਵੀ ਕਿਉਂਕਿ ਇਹਨੇ ਅਚੀਵਮੈਂਟ ਜਲਦੀ ਕਰ ਲੈਂਦੇ ਹਰ ਇੱਕ ਚੀਜ਼ ਨੂੰ, ਤਾਂ ਇਹਨਾਂ ਦੀ ਆਪਾਂ ਜੋ ਇਹਨਾਂ ਨੂੰ ਐਕਸਟਰਾ ਵਰਕ ਦੇ ਕੇ ਉਹਨਾਂ ਜਿਹੜੇ ਜਿਸ ਟਾਈਮ ਦੇ ਵਿੱਚ ਇਹ ਕੁਛ ਵੀ ਮਤਲਬ ਕਿ ਗਲਤ ਕਰਦੇ ਜਾਂ ਸ਼ਰਾਰਤਾਂ ਕਰਦੇ ਆ ਉਹਦਾ ਟਾਈਮ ਆਪਾਂ ਬਚਾ ਸਕਦੇ, ਉਹ ਟਾਈਮ ਦੇ ਵਿੱਚ ਉਹਨੂੰ ਬਿਜ਼ੀ ਰੱਖ ਕੇ ਚੰਗੀ ਐਕਟੀਵਿਟੀ ਦੇ ਵਿੱਚ ਲਾ ਕੇ। ਇਸ ਤੋਂ ਇਲਾਵਾ ਇਹ ਗੱਲ ਇਹ ਆ ਵੀ ਇਹਨੂੰ ਸਪੈਸ਼ਲ ਸਕੂਲ ਵੀ ਬਣੇ ਹੋਏ ਆ ਵੀ ਜਿਹੜੇ ਬੱਚੇ ਜ਼ਿਆਦਾ ਇੰਟੈਲੀਜੈਂਟ ਗਿਫਟਡ ਬੱਚੇ ਹੁੰਦੇ ਆ ਉਹਨਾਂ ਲਈ ਸਪੈਸ਼ਲ ਸਕੂਲ ਦੇ ਵਿੱਚ ਆਪਾਂ ਐਡਮਿਸ਼ਨ ਕਰਵਾ ਸਕਦੇ ਹਾਂ। ਇਸ ਤੋਂ ਇਲਾਵਾ ਗੱਲ ਆ ਕਿ ਇਹਨਾਂ ਬੱਚਿਆਂ ਲਈ ਵੀ ਡੈਲੀਕੁਐਂਟ ਚਿਲਡਰਨ ਸੀ ਜਿਹੜੇ ਇਹਨਾਂ ਲਈ ਵੀ ਸਪੈਸ਼ਲ ਸਕੂਲ ਹੋ ਸਕਦਾ, ਸਪੈਸ਼ਲ ਟੀਚਿੰਗ ਮੈਥਡ ਆਪਾਂ ਯੂਜ਼ ਕਰ ਸਕਦੇ ਹਾਂ, ਇਹਨੂੰ ਚੰਗੀ ਤਰ੍ਹਾਂ ਸਮਝਾ ਸਕਦੇ ਹਾਂ। ਅੱਗੇ ਆਪਾਂ ਗੱਲ ਕਰਦੇ ਹਾਂ ਬੈਕਵਰਡ ਚਿਲਡਰਨ। ਬੈਕਵਰਡ ਚਿਲਡਰਨ ਉਹ ਹੁੰਦੇ ਵੀ ਜਿਨ੍ਹਾਂ ਦਾ ਜਿਹੜਾ ਪੜ੍ਹਨ ਦੇ ਵਿੱਚ ਹੁੰਦੇ ਤਾਂ ਠੀਕ ਆ, ਬਟ ਇਹਨਾਂ ਦਾ ਜਿਹੜਾ ਪੜ੍ਹਨ ਦਾ ਲੈਵਲ ਆ ਬਾਕੀ ਬੱਚਿਆਂ ਦੇ ਕੰਪੈਰੀਜ਼ਨ ਦੇ ਵਿੱਚ ਲੋ ਹੁੰਦਾ, ਤਾਂ ਇਹਨੂੰ ਬੈਕਵਰਡ ਚਿਲਡਰਨ ਵੀ ਪਛੜੇ ਹੋਏ ਬੱਚੇ ਆਪਾਂ ਨੂੰ ਕਹਿ ਸਕਦੇ ਹਾਂ। ਤੇ ਇਹਨਾਂ ਦੀ ਸਪੀਡ ਆ ਦੂਜਿਆਂ ਨਾਲੋਂ ਕੀ ਹੁੰਦੀ ਆ, ਲੋ ਹੁੰਦੀ ਆ। ਇਹਨਾਂ ਦਾ IQ ਲੈਵਲ 85 ਤੱਕ ਹੋ ਸਕਦਾ। ਇਹਨਾਂ ਲਈ ਆਪਾਂ ਜੇ ਕੋਈ ਇਹਨਾਂ ਦੇ ਸੁਧਾਰ ਦੀ ਜੇ ਆਪਾਂ ਗੱਲ ਕਰੀਏ ਵੀ ਇਹਨਾਂ ਦੇ ਸੁਧਾਰ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਇਹਨਾਂ ਵਾਸਤੇ ਆਪਾਂ ਕੀ ਆ ਵੀ ਸਪੈਸ਼ਲ ਸਕੂਲ ਹੋ ਸਕਦਾ ਇਹਨਾਂ ਬੱਚਿਆਂ ਲਈ, ਹਮਦਰਦੀ ਭਰਿਆ ਰਵੱਈਆ ਹੋ ਸਕਦਾ। ਵੈਸੇ ਇਹਨਾਂ ਨੂੰ ਜੇ ਇਨਕਲੂਸਿਵ ਐਜੂਕੇਸ਼ਨ ਵਿੱਚ ਵੀ ਲਿਜਾਇਆ ਜਾ ਸਕਦਾ ਉਹਨਾਂ ਥਰੂ ਵੀ, ਕਿਉਂਕਿ ਬੈਕਵਰਡ ਚਿਲਡਰਨ ਨੇ ਮਤਲਬ ਕਿ ਇਹ ਪੜ੍ਹ ਸਕਦੇ ਆ ਬਟ ਇਹ ਕਿਸੇ ਕਾਰਨ ਪਛੜੇ ਹੁੰਦੇ ਨੇ, ਆਪਾਂ ਇਹਦੀ ਹੈਲਪ ਕਰ ਸਕਦੇ ਹਾਂ। ਇਹਦੇ ਸਪੈਸ਼ਲ ਸਕੂਲ ਦੇ ਵਿੱਚ ਸਪੈਸ਼ਲ ਕਰਿਕੂਲਮ ਇਹਨਾਂ ਲਈ ਲਗਾ ਸਕਦੇ ਹਾਂ ਵੀ ਦੂਜੇ ਬੱਚੇ ਜਾਂ ਫਿਰ ਆਪਾਂ ਕਹਿ ਸਕਦੇ ਆਡੀਓ ਵਿਜ਼ੂਅਲ ਏਡਸ ਦੀ ਵਰਤੋਂ ਕਰ ਸਕਦੇ ਹਾਂ ਜਿਹੜੇ, ਠੀਕ ਹੈ ਵੀ ਦੇਖਣ ਸੁਣਨ ਸਮੱਗਰੀ ਦੀ ਵਰਤੋਂ ਕਰ ਸਕਦੇ ਹਾਂ। ਇਸ ਤੋਂ ਇਲਾਵਾ ਵੀ ਟੀਚਰ ਆ ਜਿਹੜਾ ਹੋਰ ਕਈ ਤਰੀਕੇ ਅਪਣਾ ਕੇ ਇਹਨਾਂ ਬੱਚਿਆਂ ਨੂੰ ਜਿਵੇਂ ਦੂਸਰੇ ਬੱਚਿਆਂ ਨਾਲ ਕੋਆਪਰੇਟ ਕਰਵਾ ਕੇ ਇਹਨੂੰ ਪੜ੍ਹਾ ਸਕਦਾ ਵੀ ਉਹਨਾਂ ਦੇ ਬਰਾਬਰ ਲਿਆ ਸਕਦਾ, ਕਿਉਂਕਿ ਇਹ ਕੀ ਆ ਬੈਕਵਰਡ ਪਛੜੇ ਹੋਏ ਨੇ। ਇਹ ਨਹੀਂ ਹੈਗਾ ਵੀ ਬਿਲਕੁਲ ਇਹਨਾਂ ਦਾ ਦਿਮਾਗ ਨਹੀਂ ਹੁੰਦਾ, ਦਿਮਾਗ ਹੁੰਦਾ ਬਟ ਉਂਝ ਪੜ੍ਹਨ ਦੇ ਵਿੱਚ ਥੋੜ੍ਹੇ ਜਿਹੇ ਪਿੱਛੇ ਹੁੰਦੇ ਆ ਇਹ। ਇਸ ਤੋਂ ਬਾਅਦ ਮੈਂਟਲੀ ਰਿਟਾਰਟਡ ਬੱਚਿਆਂ ਦੀ ਗੱਲ ਕਰਦਾ। ਮੈਂਟਲੀ ਰਿਟਾਰਟਡ ਕਿਹੜੇ ਹੁੰਦੇ ਆ? ਮੈਂਟਲੀ ਰਿਟਾਰਟਡ ਬੱਚੇ ਹੁੰਦੇ ਵੀ ਜਿਨ੍ਹਾਂ ਦਾ IQ ਲੈਵਲ ਆ ਜਿਹੜਾ ਉਹ 67 ਤੱਕ ਹੀ ਹੁੰਦਾ, ਠੀਕ ਹੈ। ਇਹ ਕੀ ਹੁੰਦਾ ਵੀ ਦੇਖੋ ਇਹਨਾਂ ਵਾਸਤੇ ਕੀ ਹੁੰਦਾ, ਮੈਂਟਲੀ ਰਿਟਾਰਟਡ ਕੀ ਹੁੰਦੇ ਬੱਚੇ ਜਿਹੜੇ ਪੜ੍ਹਨ ਦੇ ਵਿੱਚ ਬਹੁਤ ਹੀ ਜ਼ਿਆਦਾ ਵੀਕ ਹੁੰਦੇ ਆ। ਇਹਨਾਂ ਦਾ ਮੈਂਟਲੀ ਰਿਟਾਰਟਡ ਹੁੰਦਾ ਵੀ ਇਹ ਤੁਹਾਨੂੰ ਸ਼ਬਦ ਆ ਸਕਦਾ ਵੀ ਇਹ ਪੜ੍ਹਨ ਦੇ ਵਿੱਚ ਜਮੀ ਮਤਲਬ ਕਿ ਲੋ ਹੁੰਦੇ ਆ। ਇਹਨਾਂ ਵਾਸਤੇ ਜਿਵੇਂ ਆਪਾਂ ਕੀ ਕਰਿਕੂਲਮ ਯੂਜ਼ ਕਰ ਸਕਦੇ, ਇਹਨੂੰ ਪੜ੍ਹਾਉਣ ਵਾਸਤੇ ਆਪਾਂ ਯੂਜ਼ ਪਿਕਚਰਸ, ਟੋਇਜ਼, ਥਿੰਗਸ, ਚੀਜ਼ਾਂ ਦੀ ਵਰਤੋਂ ਕਰ ਸਕਦੇ, ਖਿਡੌਣਿਆਂ ਦੀ ਵਰਤੋਂ ਕਰ ਸਕਦੇ ਆ, ਤਸਵੀਰਾਂ ਵਗੈਰਾ ਦੀ ਵਰਤੋਂ ਕਰ ਸਕਦੇ ਐਜ਼ ਏ ਬੱਚਿਆਂ ਨੂੰ ਪੜ੍ਹਾਉਣ ਵਾਸਤੇ। ਇਸ ਤੋਂ ਇਲਾਵਾ ਵੀ ਟੀਚ ਅਗੇਨ ਐਂਡ ਅਗੇਨ, ਇਹਨਾਂ ਨੂੰ ਆਪਾਂ ਦੁਬਾਰਾ ਕੋਈ ਚੀਜ਼ ਰਿਪੀਟ ਕਰਵਾਉਣੇ ਆ ਤਾਂ ਉਹ ਚੀਜ਼ ਨੂੰ ਰਿਪੀਟ ਜਦੋਂ ਹੁੰਦੀ ਆ ਬਾਰ-ਬਾਰ ਕਿਸੇ ਚੀਜ਼ ਨੂੰ ਆਪਾਂ ਰਿਪੀਟ ਕਰਦੇ ਆ ਉਹ ਚੀਜ਼ ਇਹਨਾਂ ਦੇ ਦਿਮਾਗ ਦੇ ਵਿੱਚ ਫਿੱਟ ਹੋ ਜਾਂਦੀ ਆ। ਇਸ ਤੋਂ ਬਾਅਦ ਰੀਇਨਫੋਰਸਮੈਂਟ ਬਹੁਤ ਜ਼ਿਆਦਾ ਇੰਪੋਰਟੈਂਟ ਆ, ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕਿ ਇਹਨਾਂ ਕਈ ਵਾਰ ਪੁੱਛਿਆ ਵੀ ਮੈਂਟਲੀ ਰਿਟਾਰਟਡ ਬੱਚਿਆਂ ਨੂੰ ਸਭ ਤੋਂ ਪੜ੍ਹਾਉਣ ਦਾ ਬੈਸਟ ਵੇ ਕੀ ਆ? ਰੀਇਨਫੋਰਸਮੈਂਟ, ਪੁਨਰਬਲਨ ਕਹਿ ਦਿੰਦੇ ਆ। ਇਹਦੇ ਵਿੱਚ ਕੀ ਹੁੰਦਾ ਬੱਚਿਆਂ ਨੂੰ ਜਿਹੜਾ ਜੋ ਹੈ ਬੱਚੇ ਨੂੰ ਆਪਾਂ ਫੂਡ, ਵੈਸੇ ਇਹਨੂੰ 3 ਭਾਗਾਂ ਦੇ ਵਿੱਚ ਵੰਡਿਆ ਗਿਆ ਹੈਗਾ ਰੀਇਨਫੋਰਸਮੈਂਟ ਨੂੰ। ਇੱਕ ਤਾਂ ਪ੍ਰਾਇਮਰੀ, ਸੈਕੰਡਰੀ ਹੁੰਦਾ ਤੇ ਉਹਦੇ ਵਿੱਚ ਜੋ ਪ੍ਰਾਇਮਰੀ ਦੀ ਆਪਾਂ ਗੱਲ ਕਰੀਏ ਜਿਵੇਂ ਪ੍ਰਾਇਮਰੀ ਦੇ ਵਿੱਚ ਤਾਂ ਉਹੀ ਹੋਗਾ ਵੀ ਫੂਡਸ ਵਗੈਰਾ ਜੋ ਨੈਚੁਰਲ ਥਿੰਗਸ ਨੇ, ਫੂਡ ਵਗੈਰਾ ਹੋ ਗਿਆ, ਵਾਟਰ ਵਗੈਰਾ, ਉਹ ਵੀ ਜਿਹੜੇ ਨੀਡਸ ਵਾਲੀ ਚੀਜ਼ਾਂ ਹੋਣਗੀਆਂ। ਦੂਸਰਾ ਹੁੰਦਾ ਸੈਕੰਡਰੀ। ਸੈਕੰਡਰੀ ਦੇ ਵਿੱਚ ਕੀ ਹੁੰਦਾ ਬੱਚੇ ਦੀ ਮਤਲਬ ਕਿ ਆਪਾਂ ਕਹਿ ਸਕਦੇ ਵੀ ਉਸਨੂੰ ਮਾਰਕਸ ਵਗੈਰਾ ਦੇ ਕੇ ਜਾਂ ਫਿਰ ਉਸਨੂੰ ਜੋ ਹੈ ਪੈਸੇ ਵਗੈਰਾ ਦੀ ਹੈਲਪ ਕਰਕੇ ਬੱਚੇ ਦੀ। ਇੱਕ ਉਹਦਾ ਤੀਸਰਾ ਮੇਰੇ ਮਾਈਂਡ ਦੇ ਵਿੱਚ ਸਕਿਪ, ਬਟ ਉਹ ਤੀਸਰੇ ਵਿੱਚ ਉਹਨੇ ਬੱਚੇ ਨੇ ਆਪਾਂ ਤਾਰੀਫ ਕਰਕੇ, ਜੇ ਬੱਚੇ ਨੇ ਵੀ ਥੋੜਾ ਜਿਹਾ ਕੁਝ ਵੀ ਵਧੀਆ ਕਰਕੇ ਦਿਖਾਤਾ, ਆਪਾਂ ਨੂੰ ਕੁਝ ਵਰਕ ਦਿੱਤਾ ਇੱਕ ਬੱਚੇ ਨੂੰ, ਉਸਨੇ ਥੋੜਾ ਜਿਹਾ ਵਧੀਆ ਵਰਕ ਕਰ ਦਿੱਤਾ, ਆਪਾਂ ਉਸਦੀ ਪ੍ਰੇਜ਼ ਕਰ ਸਕਦੇ ਹਾਂ, ਉਸਨੂੰ ਵੈਰੀ ਗੁੱਡ ਲਿਖ ਸਕਦੇ ਹਾਂ, ਮਤਲਬ ਕਿ ਜ਼ਿਆਦਾ ਤੋਂ ਜ਼ਿਆਦਾ ਉਸਨੂੰ ਇਨਕਰੇਜ ਕਰ ਸਕਦੇ ਹਾਂ। ਇਹ ਗੱਲਾਂ ਹੋ ਗਈਆਂ। ਇਸ ਤੋਂ ਇਲਾਵਾ ਸਟੂਡੈਂਟਸ ਵਿਦ ਲਰਨਿੰਗ ਡਿਸੇਬਿਲਿਟੀ, ਇਹ ਵੈਰੀ ਇੰਪੋਰਟੈਂਟ ਆ। ਜੇ ਤੁਹਾਨੂੰ ਸ਼ਾਇਦ ਯਾਦ ਹੋਵੇ ਮੈਂ ਇੱਕ ਵੀਡੀਓ ਇਹਦੇ ਉੱਪਰ ਬਣਾਈ ਵੀ ਹੋ, ਉਸਦੇ ਵਿੱਚ ਵੀ ਐਕਸਪਲੇਨ ਕਰੀਆਂ ਸੀ ਕੁਝ ਗੱਲਾਂ ਮੈਂ, ਤੇ ਉਸਦੇ ਵਿੱਚ ਸਪੈਸ਼ਲ ਮੈਨੇ ਜੋ ਲਰਨਿੰਗ ਡਿਸੇਬਿਲਿਟੀਜ਼ ਨਾਲ ਜਿੰਨੀਆਂ ਵੀ ਹੈਗੀਆਂ ਨੇ ਉਹ ਸਾਰੀਆਂ ਤੁਹਾਨੂੰ ਕਰਵਾਈਆਂ ਹੋਈਆਂ। ਡਿਸਲੈਕਸੀਆ, ਡਿਸਫੇਜ਼ੀਆ ਵਗੈਰਾ ਹੋ ਗਿਆ, ਉਹ ਸਾਰੀਆਂ ਤੁਹਾਨੂੰ ਬਹੁਤ ਚੰਗੀ ਤਰ੍ਹਾਂ ਕਰਵਾਈਆਂ ਹੋਈਆਂ ਨੇ। ਬਹੁਤ ਹੀ ਮਤਲਬ ਕਿ ਇਹਦੇ ਸਪੈਸ਼ਲ ਇੱਕ ਵੀਡੀਓ ਬਣੀ ਹੋਈ, ਮੈਂ ਤੁਹਾਨੂੰ ਦੱਸ ਦੂੰਗਾ ਵੀ ਕੀ ਇਹਦੇ ਤੁਸੀਂ ਦੇਖੋ ਤਾਂ ਉਹ ਵੀਡੀਓ ਤੁਹਾਨੂੰ ਮਿਲ ਜਾਏਗੀ ਬਣੀ ਹੋਈ ਆ, ਠੀਕ ਹੈ। ਲਰਨਿੰਗ ਡਿਸੇਬਿਲਿਟੀ ਕੀ ਆ? ਲਰਨਿੰਗ ਡਿਸੇਬਿਲਿਟੀ ਸ਼ਬਦ ਆ ਜਿਹੜਾ ਇਹ ਵਰਡ ਕਿਹਨੇ ਯੂਜ਼ ਕੀਤਾ ਸੀ? ਸੈਮੂਅਲ ਕਿਰਕ ਨੇ। ਇਹ ਯਾਦ ਰੱਖੋ, ਕਈ ਵਾਰੀ ਐਗਜ਼ਾਮ ਦੇ ਵਿੱਚ ਆ ਜਾਂਦਾ ਵੀ ਜਿਹੜਾ ਲਰਨਿੰਗ ਡਿਸੇਬਿਲਿਟੀ ਸ਼ਬਦ ਆ ਉਹ ਕਿਹਨੇ ਯੂਜ਼ ਕੀਤਾ ਸੀ? ਸੈਮੂਅਲ ਕਿਰਕ। ਲਰਨਿੰਗ ਦਾ ਮਤਲਬ ਕੀ ਹੁੰਦਾ? ਸਿੱਖਣ। ਵੀ ਸਿੱਖਣ ਨਾਲ ਸੰਬੰਧਿਤ ਜਦੋਂ ਬੱਚਾ ਇੱਕ ਸਿੱਖ ਰਿਹਾ ਤਾਂ ਉਹਨੂੰ ਕਿਸ ਤਰ੍ਹਾਂ ਦੇ ਡਿਸੇਬਿਲਿਟੀ ਦਾ ਸਾਹਮਣਾ ਕਰਨਾ ਪੈਂਦਾ। ਇਹਦੇ ਵਿੱਚ ਅਗਰ ਦੀ ਸਟੂਡੈਂਟਸ ਇਜ਼ ਰਿਲੇਟਡ ਵਿਦ ਮਤਲਬ ਕਿ ਇਹਨਾਂ ਦੇ ਦੀ ਸਟੂਡੈਂਟ ਇਜ਼ ਰਿਲੇਟਡ ਵਿਦ ਰੀਡਿੰਗ, ਰਾਈਟਿੰਗ, ਜੋ ਸਪੈਲਿੰਗ ਮਿਸਟੇਕ ਅਜਿਹੇ ਬੱਚਿਆਂ ਦੀ ਕੀ ਪ੍ਰੋਬਲਮ ਹੋ ਸਕਦੀ ਹੈ ਤੁਹਾਨੂੰ ਦੱਸ ਦੇਣਾ ਵੀ ਬੱਚੇ ਕੀ ਆ। ਦੇਖੋ ਦੀ ਸਟੂਡੈਂਟ ਇਜ਼ ਪ੍ਰੋਬਲਮਸ ਹੈਗਾ ਇੱਥੇ। ਦੀ ਸਟੂਡੈਂਟਸ ਇਜ਼ ਪ੍ਰੋਬਲਮਸ ਰਿਲੇਟਡ ਵਿਦ ਰੀਡਿੰਗ ਨਾਲ ਰਿਲੇਟਡ ਇਨ ਦ
जो प्रॉब्लम हो सकती है, क्योंकि सारे लर्निंग के पार्ट ने। रीडिंग भी हो गया, राइटिंग हो गया, स्पैलिंग मिसटेक हो गया, मैथेमैटिक्स हो गया, ਜਾਂ फिजिकल एक्टिविटीज़ ਜਦੋਂ ਇਹ ਕਰਦੇ ਆ ਉਹਨਾਂ ਨੂੰ ਕਰਨ ਦੇ ਵਿੱਚ ਇਹਨਾਂ ਨੂੰ ਦਿੱਕਤ ਆਉਂਦੀ ਆ। ਦੇਖੋ ਹੁਣ ਰੀਡਿੰਗ ਦੇ ਵਿੱਚ ਕਿਉਂਕਿ ਵੀ ਐਂ ਲਾ ਲਓ ਵੀ ਬੱਚਾ ਰੀਡ ਕਰ ਰਿਹਾ, ਉਹ ਸ਼ਬਦ ਆ ਜਿਹੜਾ ਸਹੀ ਨਹੀਂ ਬੋਲਦਾ। ਜਿਵੇਂ ਆਪਾਂ ਇੱਥੇ ਵਾਜ਼ ਸ਼ਬਦ ਲਿਖਿਆ, ਠੀਕ ਹੈ, ਵਾਜ਼ ਨੂੰ ਲਿਖਤਾ ਉਸਨੇ, ਇੱਥੇ ਵਾਜ਼ ਆ ਜਿਹੜਾ ਵਾਜ਼ ਨੂੰ ਉਲਟ ਲਿਖ ਦੇਗਾ, ਠੀਕ ਹੈ। ਇਹ ਡਬਲਿਊ ਨੂੰ ਕੀ ਹੋ, ਜਿਵੇਂ ਸਾਹ ਲਿਖ ਦੂਗਾ ਇਸਨੂੰ, SAW सा, इस तरह शब्द है जिहड़ा उल्टा के लिखो भी रीडिंग नहीं सी करता, सही करता। राइटिंग दे विच मिसटेक करूगा, जिवें इत्थे तुसीं वी शब्द जो है ਜਾਂ डी लगा लो, वो डी नूं इस तरह इदां नहीं करूगा, वो डी नूं इस तरह लिख दो। मतलब कि उसनूं राइटिंग दे विच दिक्कत आऊगी, रीडिंग करन दे विच दिक्कत आऊगी अजिहे बच्चों नूं, ठीक है। वेरी इंपॉर्टेंट है भी किने यूज़ किया, सैमुअल क्रिक ने शब्द यूज़ किया। इस तो इलावा उन्होंने स्पैलिंग मिसटेक, वो स्पैलिंग जो लिखते हैं मिसटेक कर देंगे, उन्होंने पता नहीं लगता भी इसनूं सही रूप दे विच किद्दां लिखना। इस तो इलावा मैथेमैटिक्स हो गया भी गणित नाल संबंधित जिहड़ी आपां तुहानूं दस्से डिसकैलकुलिया हो गया भी इहदे विच ये जो मैथेमैटिक्स नाल डिसलैक्सिया जुड़िया होगा शब्द भी, जिन्होंने मैथ पढ़न दे विच मैथ करन दे विच बच्चों नूं काफ़ी कमजोरी हुंदी है, दिक्कत आती है, वो डिसलैक्सिया दे विच मैथेमैटिक्स नाल रिलेटेड। फिजिकल एक्टिविटीज़ होंदी है भी बच्चे जिहड़े ਹੁੰਦੇ ਤਾਂ नॉर्मल है, बट ਉਹਨਾਂ ਦੀ ਜਿਹੜੀਆਂ ਆਪਾਂ ਕਹਿ ਸਕਦੇ ਵੀ ਸੈਂਸਸ ਆ ਉਹਨਾਂ ਦਾ ਸਾਥ ਨਹੀਂ ਦਿੰਦੀਆਂ। ਅਜਿਹੇ ਬੱਚੇ ਨੇ ਜਿਹੜੇ ਜਿਵੇਂ ਸਿੰਪਲ ਜਾਂ ਕੁਝ ਐਕਟੀਵਿਟੀਜ਼ ਨੇ, ਸਿੰਪਲ ਜਾਂ ਕੁਝ ਫਿਜ਼ੀਕਲ ਐਕਟੀਵਿਟੀ, ਉਹ ਵੀ ਜਿਵੇਂ ਫੀਤੇ ਬੰਨਣਾ, ਠੀਕ ਹੈ, ਆਪਣੇ ਕੱਪੜੇ ਪਾਉਣਾ, ਟਾਈ ਬੰਨਣਾ, ਇਹਨਾਂ ਨੂੰ ਜੇ ਸਿਖਾਈਏ ਤਾਂ ਮਤਲਬ ਉਹ ਵੀ ਇਹ ਮਿਸਟੇਕ ਕਰਦੇ ਆ। ਮਤਲਬ ਉਹਨੂੰ ਸਹੀ ਉਹਦਾ ਜਿਹੜਾ ਬੋਡੀ ਪਾਰਟਸ ਉਹਨਾਂ ਨੂੰ ਬੈਲੈਂਸ ਬਣਾ ਕੇ ਕੰਮ ਕਿਰਿਆਵਾਂ ਨਹੀਂ ਕਰ ਪਾਉਂਦੇ, ठीक है। ये होर भी नहीं, मैं तुहानूं करवाना दोबारा, तुहानूं गल मैं रिपीट करवाना जिहड़े जो है ये अपना टॉपिक की है, डेवलपमेंट ऑफ चिल्ड्रन विद स्पैशल नीड, CWSN इसका नाम है। चिल्ड्रन विद, C का मतलब चिल्ड्रन, W का मतलब विद, S का मतलब स्पैशल, N का मतलब नीड्स, ठीक है। ये बच्चे भी तुहानूं पता है भी सारे बच्चे की अंदर सेम नहीं होंगे, सारे नीड्स अलग अलग होंदियां ने। जिन्हां विचों जे एक्सैप्शनल चिल्ड्रन आपां कही भी इसनूं स्पैशल ही कहंदे हैगे, स्पैशल चिल्ड्रन एक्सैप्शनल चिल्ड्रन उही हुंदे आ। ते जिहदे विच आपां डेलिक्वेंट चिल्ड्रन दी तुहानूं मैं दस्सिआ भी डेलिक्वेंट चिल्ड्रन किहड़े हुंदे आ, जिन्हां विच अपराध दीआं भावनावां जो आपां कह अपराध दी एक्टिविटीज़ हुंदियां ने भी, जिवें जाली साइन करके लैके आउणे घरों, ठीक है, भी कंधां उपर जो है लिखना, गलत शब्द लिखने, ते टीचर्स नाल गाली गलोच करना, ये सारी कई तरह की क्रियावां करदे आ। मतलब अपराध मतलब कि क्लास दे विच चोरी कर लेना, चीज़ां नूं तोड़ मरोड़ करनी, वो चीज़ां आपां कह सकदे आ। ते ये बच्चों नूं जिहड़ा रीजन की हो सकदा, फैमिली फैक्टर हो सकदे आ। दूसरी गल इन्हां बच्चों नूं जिहड़ा प्रॉपर हमदर्दी प्यार जो चाहिदी आ वो नहीं मिली, सही गाइडेंस नहीं मिली हैगी, वो चीज़ां हो सकदियां भी। गलत संगत खासकर हो सकदे भी, गलत संगत दे विच पै के इहो जिहे बच्चे कर सकदे आ। इन्हां वास्ते मैं तुहानूं भी इन्हां नूं इंप्रूव करन वास्ते की कर सकदे आ, सहायक क्रियावां करा सकदे आ, कोऑपरेटिव जो एक्टिविटीज़ ने वो करवा सकते हैं। प्रभावशाली अध्यापन विधि की आप जो वधिया टीचिंग मैथड यूज़ कर सकते हैं, तो प्यार ते हमदर्दी भरिया रवैया आप यूज़ कर सकते हैं। जमात का जिहड़ा कार्य उसनूं घट करना चाहिए, क्योंकि एक जो क्लास वड्डी होगी तो कोई भी टीचर प्रॉपर है जिहड़ा सारी क्लास के उपर ध्यान नहीं, सारे बच्चे नीड्स कंप्लीट नहीं कर पाऊगा। अगे आप गल करिए भी इन्होंने धार्मिक ते नैतिक सिक्ख्या नाल जोड़ना चाहिए, बच्चों को धार्मिक सिक्ख्या भी नैतिक सिक्ख्या देनी चाहिए, चंगे माड़े की पहचान करवानी चाहिए। अगे आप गल करते सी भी गिफ्टेड चिल्ड्रन किहड़े हुंदे भी, जिन्होंने पंजाबी दे विच प्रभावशाली बच्चे कह सकते हैं। इनका IQ लेवल 40 हो सकता, 40 प्लस हो सकता। अगे ये बच्चे का हाई मैंटल हुंदा, हाई मैंटल लेवल हुंदा ते हाई अचीवमेंट हुंदे, उच्च प्राप्तियां हुंदियां ने। बैड हैंड राइटिंग इन्हां बच्चों, क्योंकि हर काम जल्दी दे विच करदे आ, क्योंकि इन्हूं हर एक चीज़ बड़ी जल्दी समझे। इन्हूं टीचर ने मतलब इन्हां नूं काम देता लिखण वास्ते तो बड़ी जल्दी, तो उस दौरान हैंड राइटिंग जिहड़ी गंदी लिख दिंदे आ। तो इस तो इलावा भी ये शरारती बहुत होंगे, काम जल्दी कंप्लीट करने तो बाद शरारतां करते क्लास दे विच, ते घटिया शब्दावली का प्रयोग कर देंगे कई टीचर ना। तो इस तो इलावा ये इन्हां दी फीचर्स सीगियां जिन्हां नूं आपां सुधारना। मैं तुहानूं दस्सिआ सी भी इन्हां बच्चों लई कुछ स्पैशल स्कूल बने, उन्हां विच इन्हां एडमिशन हो सकदे आ। इस तो इलावा आपां इन्हां वास्ते स्पैशल टीचिंग मैथड भी यूज़ कर सकते हैं। इन्हां नूं एक्सट्रा वर्क दे के इन्हां दा ध्यान आ जिहड़ा गलत पासे जांदा भी, जल्दी काम कंप्लीट कर लेता, इन्हां नूं टीचर एक्सट्रा वर्क दे के उत्थे इन्हां नूं रख सकदा भी ये उस तो बाद शरारत ना कर सकण। इस तो इलावा भी बैकवर्ड चिल्ड्रन किहड़े हुंदे आ, बैकवर्ड चिल्ड्रन वो हुंदे जो पढ़न दे विच पछड़े, जिन्होंने पंजाबी दे विच आपां पछड़े हुए बच्चे कह सकते हैं भी। इनकी स्पीड है जिहड़ी दूजे बच्चों के नाल पढ़न दे विच उन्नी नहीं हुंदी, बट पढ़ सकते हैं, बट पढ़न दे विच की हुंदी स्पीड लो हुंदी आ, सीखण दे विच लो हुंदी आ।
ਤਾਂ ਇਹਨਾਂ ਬੱਚਿਆਂ ਲਈ ਵੀ ਕੀ ਆਪਾਂ ਕਰ ਸਕਦੇ ਹਾਂ, ਇਹਨਾਂ ਬੱਚਿਆਂ ਨੂੰ ਜਿਹੜਾ ਐਕਸਟਰਾ ਆਪਾਂ ਕੋਈ ਜੋ ਐਕਸਟਰਾ ਆਪਾਂ ਟੀਚ ਕਰਵਾ ਸਕਦੇ ਹਾਂ, ਉਹਨੂੰ ਅਲੱਗ ਉਹਨਾਂ ਵਾਸਤੇ ਕਲਾਸਾਂ ਲਗਾ ਸਕਦੇ ਹਾਂ ਵੀ ਨਾਟ ਇੱਕ ਹੁੰਦਾ ਇਨਕਲੂਸਿਵ ਹੋ ਕੇ ਪੜ੍ਹਾਉਣਾ ਵੀ ਇਕੱਠਿਆਂ ਨੂੰ ਸਾਰਾ ਕਰਕੇ। ਇਸ ਤੋਂ ਇਲਾਵਾ ਇਹਨੂੰ ਐਕਸਟਰਾ ਨਾਲ ਜਦੋਂ ਜਿਹੜੇ ਬੱਚੇ ਨਹੀਂ ਸਮਝ ਪਾ ਰਹੇ ਉਹਨੂੰ ਅਲੱਗ ਆਪਾਂ ਬਿਠਾ ਕੇ ਕਰਵਾਉਣਾ। ਤੇ ਇਸ ਤੋਂ ਇਲਾਵਾ ਹੋਰ ਟੀਚਿੰਗ ਮੈਥਡ ਦੇ ਵਿੱਚ ਆਪਣਾ ਚੇਂਜਸ ਕਰਕੇ ਤੇ ਕੋਆਪਰੇਟ ਕਰਕੇ ਦੂਸਰੇ ਬੱਚਿਆਂ ਨਾਲ ਉਹਨੂੰ ਮਿਲਾ ਕੇ ਵੀ ਉਹਨਾਂ ਨਾਲ ਰਲ ਸਕਾਂ। ਇਸ ਤੋਂ ਇਲਾਵਾ ਮੈਂ ਤੁਹਾਨੂੰ ਦੱਸਿਆ ਵੀ ਨਾ IQ ਲੈਵਲ ਕਿੰਨਾ ਹੁੰਦਾ 85 ਹੁੰਦਾ। ਇਸ ਤੋਂ ਇਲਾਵਾ ਐਜੂਕੇਸ਼ਨ ਇਹਨਾਂ ਵਾਸਤੇ ਕੀ ਵੀ ਸਪੈਸ਼ਲ ਸਕੂਲ ਹਮਦਰਦੀ ਭਰਿਆ ਰਵੱਈਆ ਹੋ ਸਕਦਾ। ਆਡੀਓ ਵਿਜ਼ੂਅਲ ਏਡਸ ਦੀ ਆਪਾਂ ਵਰਤੋਂ ਕਰ ਸਕਦੇ ਹਾਂ। ਇਹ ਰੀਜ਼ਨ ਹੋ ਸਕਦੇ ਬੱਚੇ ਨੂੰ ਕੰਨਾਂ ਤੋਂ, ਮੈਂ ਤੁਹਾਨੂੰ ਉਹ ਵੀ ਕਰਵਾਉਂਗਾ ਵੀ ਕੁਝ ਬੱਚਿਆਂ ਨੂੰ ਕੰਨਾਂ ਤੋਂ ਜਿਹੜਾ ਸੁਣਨ ਦੇ ਵਿੱਚ, ਅੱਖਾਂ ਤੋਂ ਦੇਖਣ ਦੇ ਵਿੱਚ ਦਿੱਕਤ ਹੋ ਸਕਦੀ ਆ, ਉਹਨਾਂ ਬੱਚਿਆਂ ਲਈ ਆਪਾਂ ਕੀ ਕਰ ਸਕਦੇ ਹਾਂ, ਹੈ ਨਾ। ਇਸ ਤੋਂ ਬਾਅਦ ਕਰਿਕੂਲਮ ਜਦੋਂ ਆਪਾਂ ਜੇ ਗੱਲ ਕਰੀਏ ਵੀ ਕਰਿਕੂਲਮ ਇਹਨਾਂ ਵਾਸਤੇ ਆਪਾਂ ਪਿਕਚਰ ਯੂਜ਼ ਕਰ ਸਕਦੇ ਹਾਂ, ਟੋਇਜ਼ ਯੂਜ਼ ਕਰ ਸਕਦੇ ਹਾਂ, ਥਿੰਗਸ ਮਤਲਬ ਕਿ ਜਿਹੜੀ ਚੀਜ਼ਾਂ ਨੇ ਫੋਟੋਆਂ ਵਗੈਰਾ ਯੂਜ਼ ਕਰਕੇ ਇਹਨਾਂ ਬੱਚਿਆਂ ਨੂੰ ਆਪਾਂ ਪੜ੍ਹਾ ਸਕਦੇ ਹਾਂ। ਕਿਹੜੇ ਬੱਚਿਆਂ ਨੂੰ ਮੈਂਟਲੀ ਰਿਟਾਰਟਡ, ਸੌਰੀ ਮੈਂ ਪਹਿਲਾਂ ਸਕਿਪ ਕਰ ਰਹੀ ਸੀ, ਮੈਂਟਲੀ ਰਿਟਾਰਟਡ ਬੱਚੇ ਹੁੰਦੇ ਵੀ ਜਿਨ੍ਹਾਂ ਦਾ IQ ਲੈਵਲ 67 ਹੁੰਦਾ, ਪੜ੍ਹਨ ਦੇ ਵਿੱਚ ਬਹੁਤ ਹੀ ਜ਼ਿਆਦਾ ਨੀਚਲਾ ਇਹਨਾਂ ਦਾ ਪੱਧਰ ਹੁੰਦਾ। ਤਾਂ ਇਹ ਜਿਹੇ ਬੱਚਿਆਂ ਨੂੰ ਪੜ੍ਹਾਉਣ ਵਾਸਤੇ ਆਪਾਂ ਪਿਕਚਰ ਯੂਜ਼ ਕਰ ਸਕਦੇ, ਟੋਇਜ਼ ਥਿੰਗਸ, ਕਿਉਂਕਿ ਜਿਹੜੇ ਬੈਕਵਰਡ ਆ ਉਹ ਤਾਂ ਥੋੜੇ ਗੁੰਝ ਪਛੜ ਹੁੰਦੇ, ਬਿਲਕੁਲ ਹੀ ਰਿਟਾਰਟਡ ਹੁੰਦੇ ਆ ਬੱਚੇ ਜਿਹੜੇ ਮੈਂਟਲੀ ਰਿਟਾਰਟਡ ਨੇ। ਇਹਨਾਂ ਨੂੰ ਟੀਚ ਅਗੇਨ ਐਂਡ ਅਗੇਨ ਕਰਵਾਉਣਾ ਵੀ ਕੋਈ ਚੀਜ਼ ਆ ਉਹਨੂੰ ਰਿਪੀਟ ਕਰਵਾਉਣਾ ਤਾਂ ਕਿ ਬੱਚੇ ਦੇ ਦਿਮਾਗ ਦੇ ਵਿੱਚ ਹੌਲੀ ਹੌਲੀ ਉਹ ਚੀਜ਼ ਫਿੱਟ ਹੋ ਜਾਵੇ। ਇਸ ਤੋਂ ਬਾਅਦ ਰੀਇਨਫੋਰਸਮੈਂਟ ਬਹੁਤ ਜ਼ਿਆਦਾ ਮਹੱਤਵਪੂਰਨ ਵੇ ਹੈਗਾ ਮੈਂਟਲੀ ਰਿਟਾਰਟਡ ਬੱਚਿਆਂ ਨੂੰ ਪੜ੍ਹਾਉਣ ਵਾਸਤੇ, ਠੀਕ ਹੈ ਵੀ ਇਹਦੀ ਚੇਂਜ ਬੱਚਿਆਂ ਨੂੰ ਮੋਟੀਵੇਟ ਕੀਤਾ ਹੁੰਦਾ, ਕੋਈ ਨਾ ਕੋਈ ਲਾਲਚ ਦਿੱਤਾ ਹੁੰਦਾ ਬੱਚਿਆਂ ਨੂੰ ਵੀ ਜਿਹੜੀ ਚੀਜ਼ ਗਲਤ ਆ ਉਸ ਨੂੰ ਇੰਪਰੂਵ ਕਰਨ ਦੇ ਲਈ ਉਸ ਤੋਂ ਚੀਜ਼ ਖੋਈ ਵੀ ਜਾ, ਜਿਵੇਂ ਇੱਕ ਬੱਚਾ ਬਾਰ-ਬਾਰ ਕੋਈ ਵਿਸ਼ਲ ਵਗੈਰਾ ਵਜਾ ਰਿਹਾ ਕੋਈ ਕਲਾਸ ਦੇ ਵਿੱਚ ਲੈ ਕੇ, ਤਾਂ ਉਸ ਟੀਚਰ ਉਸ ਨੂੰ ਖੋ ਕੇ, ਇਹ ਵੀ ਇੱਕ ਰੀਇਨਫੋਰਸਮੈਂਟ ਦਾ ਭਾਗ ਹੋ ਗਿਆ ਵੀ ਬੱਚਾ, ਠੀਕ ਹੈ। ਤਾਂ ਬੱਚੇ ਨੂੰ ਆਪਾਂ ਉਹਦੀ ਪ੍ਰੇਜ਼ ਕਰਕੇ, ਕੋਈ ਕੰਮ ਅੱਛਾ ਕਰਿਆ ਉਸਦੀ ਪ੍ਰੇਜ਼ ਕਰ ਦਿੱਤੀ, ਠੀਕ ਹੈ, ਉਹ ਸਾਰੀਆਂ ਗੱਲਾਂ ਆ ਗਈਆਂ ਇਹਦੇ ਵਿੱਚ। ਅੱਗੇ ਹੋ ਗਿਆ ਵੀ ਲਰਨਿੰਗ ਡਿਸੇਬਿਲਿਟੀ ਨਾਲ ਕੀ ਹੋ ਗਿਆ ਵੀ ਲਰਨਿੰਗ ਡਿਸੇਬਿਲਿਟੀ ਸ਼ਬਦ ਦਾ ਸਭ ਤੋਂ ਪਹਿਲਾਂ ਸੈਮੂਅਲ ਕਿਰਕ ਨਾਮ ਦੇ ਵਿਅਕਤੀ ਨੇ ਯੂਜ਼ ਕੀਤਾ ਸੀਗਾ। ਇਹਦੇ ਵਿੱਚ ਕੀ ਸੀ ਵੀ ਲਰਨਿੰਗ ਡਿਸੇਬਿਲਿਟੀ ਕਿਸ ਤਰ੍ਹਾਂ ਦੀ ਹੋ ਸਕਦੀ, ਜਿਹਦੇ ਵਿੱਚ ਆਪਾਂ ਨੂੰ ਲਰਨਿੰਗ, ਲਿਸਨਿੰਗ ਜਾਂ ਸਪੀਕਿੰਗ, ਮੈਥੇਮੈਟਿਕਸ ਨਾਲ ਜਾਂ ਕੋਈ ਵੀ ਫਿਜ਼ੀਕਲ ਐਕਟੀਵਿਟੀਜ਼ ਜੋ ਬੱਚਾ ਕਰਦਾ ਗਾ ਉਹਦੇ ਵਿੱਚ ਬੱਚੇ ਦੀ ਜਿਹੜੀ ਵੀਕਨੈਸ ਆ ਜਾਂ ਫਿਰ ਜਿਸ ਤਰ੍ਹਾਂ ਦੀ ਹੁੰਦੀ ਹੈ ਕੋਈ ਡਿਸੇਬਿਲਿਟੀਜ਼ ਦੇਖਣ ਨੂੰ ਮਿਲਦੀਆਂ ਨੇ, ਉਹ ਇਹਦੇ ਵਿੱਚ ਆਉਂਦੇ ਨੇ, ਲਰਨਿੰਗ ਡਿਸੇਬਿਲਿਟੀ ਦੇ ਵਿੱਚ ਆਉਂਦੇ ਨੇ। ਇਹ ਵੈਰੀ ਇੰਪੋਰਟੈਂਟ ਟੌਪਿਕ ਆ, ਤੁਸੀਂ ਸਾਰੇ ਬੱਚਿਆਂ ਨੂੰ ਤੁਹਾਨੂੰ ਕਿਉਂਕਿ ਪਤਾ ਹੋਣਾ ਚਾਹੀਦਾ ਵੀ ਕਿਹੜਾ ਬੱਚਾ ਕਿਸ ਤਰ੍ਹਾਂ ਦੀ ਐਕਟੀਵਿਟੀਜ਼ ਕਰਦਾ ਗਾ। ਹੋਰ ਅੱਗੇ ਤੁਹਾਨੂੰ ਮੈਂ ਲਿਖਵਾ ਦਿੰਦਾ, ਇਹਨੇ ਤੁਸੀਂ ਜਿਹੜੀ ਚੀਜ਼ ਹੈ ਉਤਾਰ ਲਵੋ, ਜਿੰਨੇ ਵੀ ਇਹ ਪੁਆਇੰਟਸ ਨੇ ਉਹ ਕਰ ਲਓ ਤੁਸੀਂ ਨੇ। ਦੋਸਤੋ ਆਪਾਂ ਗੱਲ ਕਰ ਰਹੇ ਸੀ ਜੋ ਆਪਾਂ ਨੇ ਜੋ ਸਪੈਸ਼ਲ ਨੀਡਸ ਵਾਲੇ ਬੱਚਿਆਂ ਦੀ ਸੀ। ਹੁਣ ਆਪਾਂ ਇਹਦੇ ਵਿੱਚ ਆਪਾਂ ਕਰ ਰਹੇ ਸੀ ਵੀ ਜਿਹੜੇ ਬੱਚਿਆਂ ਨੂੰ ਲਰਨਿੰਗ ਡਿਸੇਬਿਲਿਟੀਜ਼ ਨਾਲ ਦਿੱਕਤ ਆਉਂਦੀਆਂ ਨੇ, ਵੀ ਲਰਨਿੰਗ ਡਿਸੇਬਿਲਿਟੀ ਵੀ ਰੀਡਿੰਗ ਨਾਲ ਸੰਬੰਧਿਤ ਹੋਊਗਾ, ਠੀਕ ਹੈ, ਰਾਈਟਿੰਗ ਨਾਲ ਸੰਬੰਧਿਤ ਹੋਊਗਾ, ਜਾਂ ਫਿਰ ਆਪਾਂ ਕਹਿ ਸਕਦੇ ਵੀ ਜੋ ਫਿਜ਼ੀਕਲ ਐਕਟੀਵਿਟੀਜ਼ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ। ਦੇਖੋ ਕਿਹੜੇ ਲਰਨਿੰਗ ਡਿਸੇਬਿਲਿਟੀ ਨੇ, ਵੈਸੇ ਮੈਂ ਪੂਰੀ ਇੱਕ ਵੀਡੀਓ ਬਣਾਈ ਹੋਈ ਆ, ਚੰਗੀ ਤਰ੍ਹਾਂ ਦੇ ਵਿੱਚ ਸਮਝਾਇਆ ਹੋਇਆ, ਬਟ ਫਿਰ ਵੀ ਮੈਂ ਤੁਹਾਨੂੰ ਕੁਝ ਡਿਸੇਬਿਲਿਟੀਜ਼ ਬਾਰੇ ਦੱਸ ਦਿੰਦਾ ਵੀ ਕਿਹੜੇ ਹੁੰਦੇ, ਜਿਨ੍ਹਾਂ ਵਿੱਚੋਂ ਦੇਖੋ ਇਹਦੇ ਵਿੱਚ ਹੈਗਾ ਵੀ ਡਿਸਫੇਜ਼ੀਆ। ਇਹ ਤੁਹਾਨੂੰ ਇਹ ਨਹੀਂ ਹੈਗਾ ਵੀ ਪੇਪਰ ਦੇ ਵਿੱਚ ਇਹਦਾ ਨਾਮ ਕੁਝ ਹੋਰ ਲਿਖਿਆ ਹੋਊਗਾ, ਇਹ ਇੰਗਲਿਸ਼ ਦੇ ਵਿੱਚ ਇਦਾਂ ਹੀ ਲਿਖਿਆ ਹੋਊਗਾ ਡਿਸਫੇਜ਼ੀਆ। ਤਾਂ ਯਾਦ ਰੱਖੋ ਡਿਸਫੇਜ਼ੀਆ ਕੀ ਹੁੰਦਾ ਵੀ ਜਿਹਦੇ ਵਿੱਚ ਕਿਸ ਤਰ੍ਹਾਂ ਦੀ ਪ੍ਰੋਬਲਮ ਹੁੰਦੀ ਹੈ, ਬੱਚਿਆਂ ਨੂੰ ਦੂਜਿਆਂ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਨ ਦੇ ਵਿੱਚ, ਬੋਲਣ ਦੇ ਵਿੱਚ ਦਿੱਕਤ ਆਉਂਦੀ ਹੈ। ਪ੍ਰੋਪਰ ਕਿਸੇ ਨਾਲ ਇਹ ਵੀ ਕਹਿ ਵੀ ਸਹੀ ਤਰੀਕੇ ਨਾਲ ਗੱਲ ਨਹੀਂ ਕਰ ਪਾਉਂਦੇ, ਘਬਰਾਉਂਦੇ ਆ ਕਿਸੇ ਨਾਲ ਵੀ, ਜਦੋਂ ਗੱਲ ਕਰਦੇ ਆ ਘਬਰਾ ਆ ਜਾਂਦੇ ਆ, ਜਾਂ ਆਪਾਂ ਕਹਿੰਦੇ ਵੀ ਜਦੋਂ ਕਿਸੇ ਕਹਿੰਦੇ ਵੀ ਆਪਾਂ ਨੂੰ ਬੋਲਣ ਦਾ ਮੌਕਾ ਦਿੱਤਾ ਜਾਂਦਾ, ਬੱਚੇ ਇਹ ਆਪਣੇ ਵਿਚਾਰ ਆ ਜਿਹੜੇ ਸਹੀ ਰੂਪ ਵਿੱਚ ਪ੍ਰਗਟ ਨਹੀਂ ਕਰਦੇ, ਝਿਜਕਮਾਉਂਦੇ ਆ, ਮਤਲਬ ਇਹ ਕਹਿ ਸਕਦਾ। ਤੁਹਾਨੂੰ ਐਗਜ਼ਾਮ ਦੇ ਵਿੱਚ ਪੁੱਛਿਆ ਜਾਵੇ ਡਿਸਫੇਜ਼ੀਆ, ਯਾਦ ਰੱਖਿਓ ਵੀ ਪ੍ਰੋਬਲਮ ਇਨ ਸਪੀਚ, ਵੀ ਵੀ ਗੱਲਬਾਤ ਕਰਨ ਦੇ ਵਿੱਚ ਤੇ ਟਾਕ ਕਰਨ ਦੇ ਵਿੱਚ ਆਪਾਂ ਕਹਿੰਦੇ ਵੀ ਭਾਸ਼ਣ, ਜੇ ਆਪਾਂ ਕਹਿਣ ਇਹਨੂੰ ਵਿੱਚ ਵੀ ਭਾਸ਼ਣ ਦੇ ਆਪਣੇ ਵਿਚਾਰ ਪ੍ਰਗਟ ਕਰਦੇ ਤਾਂ ਬੱਚੇ ਬੜੀ ਝਿਜਕ ਮਹਿਸੂਸ ਕਰਦੇ, ਪ੍ਰੋਪਰ ਇਹ ਨਹੀਂ ਏਦਾਂ ਕਰ ਪਾਉਂਦੇ। ਅੱਗੇ ਆਪਾਂ ਗੱਲ ਕਰਦੇ ਹਾਂ, ਦੇਖੋ ਇਹਦੇ ਵਿੱਚ ਹੈਗਾ ਅਲੈਕਸੀਆ ਕੀ ਹੁੰਦਾ, ਜਦੋਂ ਬੱਚਾ ਰੀਡਿੰਗ ਕਰਨ ਦੇ ਵਿੱਚ, ਲਿਖਣ ਦੇ ਵਿੱਚ ਦਿੱਕਤ ਆਵੇ ਉਸ ਬੱਚੇ ਨੂੰ, ਵੀ ਸਹੀ ਲਿਖਣ ਦੇ ਵਿੱਚ ਦਿੱਕਤ ਆਉਂਦੀ ਹੈ ਤਾਂ ਬੱਚੇ ਨੂੰ ਉਹ ਕਿਹੜਾ ਰੋਗ ਹੁੰਦਾ ਜਾਂ ਕਿਹੜੀ ਡਿਸੇਬਿਲਿਟੀ ਹੁੰਦੀ ਆ, ਉਹ ਅਲੈਕਸੀਆ ਹੁੰਦੀ ਆ। ਜੇ ਆਪਾਂ ਗੱਲ ਕਰੀਏ ਅਗਲੇ ਆ ਡਿਸਕੈਲਕੁਲੀਆ, ਨਾਮ ਤੁਸੀਂ ਦੇਖੋ ਕੈਲਕੂਲੇਸ਼ਨ ਦਾ ਆਪਾਂ ਯੂਜ਼ ਕਿਹਦੇ ਵਿੱਚ ਕਰਦੇ ਹਾਂ, ਮੈਥ ਦੇ ਵਿੱਚ। ਤਾਂ ਜਦੋਂ ਮੈਥ ਨਾਲ ਸੰਬੰਧਿਤ ਕੋਈ ਦਿੱਕਤ ਆਉਂਦੀ ਹੈ ਬੱਚੇ ਨੂੰ, ਕੋਈ ਇਸ ਤਰ੍ਹਾਂ ਦੀ ਡਿਸੇਬਿਲਿਟੀ ਆ, ਉਹ ਕਿਹੜਾ ਡਿਸਕੈਲਕੁਲੀਆ। ਅੱਗੇ ਡਿਸਗ੍ਰਾਫੀਆ ਉਹ ਆ ਵੀ ਜਿਹਦੇ ਵਿੱਚ ਬੱਚੇ ਨੂੰ ਰਾਈਟਿੰਗ ਕਰਨ ਦੇ ਵਿੱਚ ਦਿੱਕਤ ਹੈ, ਬੱਚਾ ਵੀ ਰਾਈਟ ਹੈ ਜਿਹੜਾ ਉਸ ਨੂੰ ਸਹੀ ਨਹੀਂ ਕਰ ਪਾਉਂਦਾ, ਵੀ ਸ਼ਬਦਾਂ ਨੂੰ ਜਿਹੜਾ ਗਲਤ ਲਿਖ ਦਿੰਦਾ, ਇਹ ਹੋ ਗਿਆ ਇਹਦੇ ਵਿੱਚ। ਵੀ ਲਿਖਣਾ ਤਾਂ ਉਸ ਨੂੰ ਆਉਂਦਾ ਬਟ ਲਿਖ ਪ੍ਰੋਪਰ ਨਹੀਂ ਪਾਉਂਦਾ, ਉਸ ਦੀ ਜਗ੍ਹਾ ਤੇ ਜੇ ਉਸ ਨੂੰ ਕਿਹਾ ਵੀ ਕੋਈ ਸ਼ਬਦ ਤਾਂ ਉਸ ਨੂੰ ਉਲਟਾ ਕਰਕੇ ਲਿਖ ਸਕਦਾ, ਜਿਵੇਂ ਤੁਹਾਨੂੰ ਦੱਸਿਆ ਸੀਗਾ ਵੀ ਡੀ ਹੈ ਉਸ ਨੂੰ ਇਸ ਤਰ੍ਹਾਂ ਲਿਖ ਸਕਦਾ, ਵੀ ਲਿਖਣ ਦੇ ਵਿੱਚ ਜਿਹੜੇ ਬੱਚੇ ਨੂੰ ਦਿੱਕਤ ਆਉਂਦੀ ਹੈ। ਡਿਸਫੇਜ਼ੀਆ ਯਾਦ ਰੱਖਿਓ, ਜੋ ਪ੍ਰੋਬਲਮ ਹੁੰਦੀ ਬੱਚੇ ਨੂੰ ਟਾਕ ਕਰਨ ਦੇ ਵਿੱਚ, ਸਪੀਚ ਕਰਨ ਦੇ ਵਿੱਚ। ਅਲੈਕਸੀਆ ਹੁੰਦਾ ਬੱਚੇ ਨੂੰ ਰੀਡਿੰਗ ਕਰਨ ਦੇ ਵਿੱਚ ਦਿੱਕਤ, ਪ੍ਰੋਪਰ ਰੀਡਿੰਗ ਨਹੀਂ ਕਰ ਪਾਉਂਦੇ ਇਹ ਜਿਹੇ ਬੱਚੇ। ਡਿਸਕੈਲਕੁਲੀਆ ਮੈਥ ਨਾਲ ਰਿਲੇਟਡ ਆ ਕੇ ਕੈਲਕੂਲੇਸ਼ਨ ਦਾ ਜਿਹਦੇ ਵਿੱਚ ਪ੍ਰਯੋਗ ਹੁੰਦਾ। ਤੇ ਅੱਗੇ ਡਿਸਗ੍ਰਾਫੀਆ ਕਿਹੜਾ ਹੁੰਦਾ
ਡਿਸਗ੍ਰਾਫੀਆ ਹੁੰਦੇ ਜਿਸ ਵਿੱਚ ਬੱਚਿਆਂ ਨੂੰ ਰਾਈਟਿੰਗ ਕਰਨ ਦੇ ਵਿੱਚ ਦਿੱਕਤ ਆਉਂਦੀ ਹੈ, ਪ੍ਰੋਪਰ ਰਾਈਟ ਨਹੀਂ ਕਰ ਪਾਉਂਦੇ, ਸ਼ਬਦਾਂ ਨੂੰ ਗਲਤ ਰਾਈਟ ਕਰ ਦਿੰਦੇ ਆ। ਠੀਕ ਹੈ, ਕਈ ਗੱਲ ਹੈ ਵੀ ਇਸ ਦੇ ਉੱਪਰ ਤੁਸੀਂ ਕਹੋਗੇ ਵੀ ਵੈਸੇ ਕਈ ਕਾਫੀ ਨੇ ਹੋਰ ਵੀ ਨੇ ਇਹਦੇ ਵਿੱਚ, ਪਰ ਤੁਸੀਂ ਇਸ ਦੀ ਤਾਂ ਅਲੱਗ ਵੀਡੀਓ ਬਣੀ ਹੋਈ ਆ, ਤੁਸੀਂ ਉਹ ਵੀਡੀਓ ਦੇਖ ਸਕਦੇ ਹੋ ਵੀ ਤੁਹਾਨੂੰ ਲਰਨਿੰਗ ਡਿਸੇਬਿਲਿਟੀ ਮੈਂ ਦੱਸਿਆ ਵੀ ਕਈ ਵਾਰ ਤੁਸੀਂ ਬੱਚੇ ਤੁਹਾਡੇ ਯਾਦ ਨਹੀਂ ਰਹਿੰਦਾ ਵੀ ਲਰਨਿੰਗ ਡਿਸੇਬਿਲਿਟੀ ਕੀ ਸੀ, ਉਹ ਮੈਂ ਤੁਹਾਨੂੰ ਦੱਸਦੀ ਹਾਂ, ਬਾਕੀ ਤੁਸੀਂ ਵੀਡੀਓ ਵੇਖ ਸਕਦੇ ਹੋ, ਪ੍ਰੋਪਰ ਬਣੀ ਹੋਈ ਹੈ ਲਰਨਿੰਗ ਡਿਸੇਬਿਲਿਟੀਜ਼ ਦੇ ਉੱਪਰ। ਅੱਗੇ ਆਪਾਂ ਗੱਲ ਕਰਦੇ ਵੀ ਕ੍ਰੀਏਟਿਵ ਚਿਲਡਰਨ, ਦੇਖੋ ਇਹ ਰਹਿ ਗਿਆ ਸੀਗਾ ਵੀ ਮੈਂ ਫਿਰ ਮੈਨੂੰ ਯਾਦ ਆ ਵੀ ਤੁਹਾਨੂੰ ਲਰਨਿੰਗ ਜੋ ਕ੍ਰੀਏਟਿਵ ਚਿਲਡਰਨ ਤੋਂ ਬਾਰੇ ਤੁਹਾਨੂੰ ਦੱਸਣਾ ਸੀ ਵੀ ਗਿਫਟਡ ਚਿਲਡਰਨ ਤੇ ਕ੍ਰੀਏਟਿਵ ਚਿਲਡਰਨ ਦੇ ਵਿੱਚ ਕੀ ਫਰਕ ਆ। ਗਿਫਟਡ ਚਿਲਡਰਨ ਤਾਂ ਤੁਹਾਨੂੰ ਪਤਾ ਹੀ ਸੀਗਾ ਵੀ ਉਹ ਬੱਚੇ ਸੀ ਜਿਹੜਾ IQ ਲੈਵਲ 140 ਤੱਕ ਸੀਗਾ ਪਲੱਸ ਹੋ ਸਕਦਾ, ਬਟ ਇਹਨਾਂ ਦਾ IQ ਲੈਵਲ 120 ਤੋਂ 140 ਹੋ ਸਕਦਾ। ਇਹਨਾਂ ਦਾ ਇਹ ਹੁੰਦਾ ਵੀ ਇਹਨਾਂ ਨਾਲ ਫਰਕ ਇਹ ਹੁੰਦਾ ਵੀ ਬੱਚੇ ਥੋੜੇ ਜਿਹੇ ਕੀ ਹੁੰਦੇ ਆ, ਆਪਾਂ ਕਹਿੰਦੇ ਵੀ ਕੁਝ ਇਹ ਬੱਚੇ ਥੋੜੇ ਸਿਆਣੇ ਹੁੰਦੇ ਉਹਨਾਂ ਬੱਚਿਆਂ ਨੂੰ, ਇਹ ਸ਼ਰਾਰਤ ਵਗੈਰਾ ਨਹੀਂ ਕਰਦੇ, ਇਹ ਹਮੇਸ਼ਾ ਐਡਜਸਟਮੈਂਟ ਕਰ ਲੈਂਦੇ, ਜਿਸ ਤਰ੍ਹਾਂ ਦਾ ਇਹਨੂੰ ਟੀਚਰ ਕਹਿੰਦੇ ਉਸ ਦੇ ਹਿਸਾਬ ਨਾਲ ਇਹ ਐਡਜਸਟਮੈਂਟ ਕਰਦੇ ਆ। ਇਮੈਜੀਨੇਸ਼ਨ ਕ੍ਰੀਏਟੀਵਿਟੀ ਇਹਨਾਂ ਦੀ ਬਹੁਤ ਜ਼ਿਆਦਾ ਹਾਈ ਹੁੰਦੀ ਹੈ, ਇਹਨਾਂ ਦੀ ਵੀ, ਇਹ ਬੱਚੇ ਵੀ ਬਹੁਤ ਜ਼ਿਆਦਾ ਪੜ੍ਹਨ ਦੇ ਵਿੱਚ ਇਹਦਾ ਮੈਂਟਲ ਲੈਵਲ ਹਾਈ ਹੁੰਦਾ। ਠੀਕ ਹੈ, ਇਮੈਜੀਨੇਸ਼ਨ ਪਾਵਰ ਇਹਨਾਂ ਦੀ ਹਾਈ ਹੁੰਦੀ ਹੈ, ਐਡਜਸਟਮੈਂਟ ਵਧੀਆ ਕਰ ਲੈਂਦੇ ਆ। ਮਤਲਬ ਇਹਨਾਂ ਵਾਸਤੇ ਆਪਾਂ ਇਹ ਨਹੀਂ ਕਹਿ ਸਕਦੇ ਹਾਂ ਕੋਈ ਜ਼ਿਆਦਾ ਇਹਨਾਂ ਨੂੰ ਕੀਤਾ ਜਾਂਦਾ, ਇਹ ਬਹੁਤ ਮਤਲਬ ਕਿ ਕ੍ਰੀਏਟਿਵ ਬੱਚੇ ਨੇ ਜਿਹੜੇ ਬਹੁਤ ਜ਼ਿਆਦਾ ਅੱਛੀ ਐਡਜਸਟਮੈਂਟ ਕਰ ਲੈਂਦੇ ਆ। ਤੁਹਾਨੂੰ ਜੇ ਐਗਜ਼ਾਮ ਦੇ ਵਿੱਚ ਆ ਜਾਵੇ ਤਾਂ ਯਾਦ ਰੱਖੋ ਵੀ ਜਿਹੜੇ ਕ੍ਰੀਏਟਿਵ ਬੱਚੇ ਹੁੰਦੇ ਆ ਉਹ ਜਿਹੜੇ ਗਿਫਟਡ ਬੱਚੇ ਹੁੰਦੇ ਨੇ ਉਹਨਾਂ ਵਾਂਗ ਵੀ ਜਿਹੜਾ ਆਪਾਂ ਕਹਿ ਸਕਦੇ ਵੀ ਕਿਸੇ ਤਰ੍ਹਾਂ ਦੀ ਆਪਾਂ ਕਹਿੰਦੇ ਵੀ ਹੱਲਾ ਕਹਿ ਸਕਦੇ ਵੀ ਜੋ ਹੈ ਸ਼ਰਾਰਤਾਂ ਵਗੈਰਾ ਨਹੀਂ ਕਰਦੇ, ਇਹ ਬੱਚੇ ਥੋੜੇ ਜਿਹੇ ਉਹਨਾਂ ਨੂੰ ਅਲੱਗ ਹੁੰਦੇ ਆ। ਅੱਗੇ ਵਿਜ਼ੂਅਲ ਡਿਫਿਕਲਟੀਜ਼ ਨਾਲ ਰਿਲੇਟਡ ਕਿਹੜੇ ਬੱਚੇ ਹੋ ਸਕਦੇ ਆ ਵੀ ਜਿਨ੍ਹਾਂ ਨੂੰ ਵਿਜ਼ੂਅਲ ਦਾ ਮਤਲਬ ਕਹਿੰਦੇ ਵੀ ਦੇਖਣ ਦੇ ਵਿੱਚ ਜਿਨ੍ਹਾਂ ਬੱਚਿਆਂ ਨੂੰ ਦਿੱਕਤ ਆ ਸਕਦੀ ਆ, ਜਿਹੜੇ ਬੱਚੇ ਪ੍ਰੋਪਰ ਜਾਂ ਤਾਂ ਇਹ ਹੋ ਸਕਦਾ ਵੀ ਇੱਕ ਤਾਂ ਪੂਰੀ ਤਰ੍ਹਾਂ ਪ੍ਰੋਪਰ ਨਹੀਂ ਦੇਖ ਸਕਦੇ, ਬਿਲਕੁਲ ਅੱਖਾਂ ਤੋਂ ਅੰਧੇ ਹੁੰਦੇ ਆ, ਇੱਕ ਬੱਚੇ ਹੁੰਦੇ ਆ ਵੀ ਜਿਹੜੇ ਜਿਹਨੂੰ ਦੇਖਣ ਦਾ ਤਾਂ ਹੁੰਦਾ ਬਟ ਥੋੜਾ ਇਹੋ ਦੇਖਣ ਦੇ ਵਿੱਚ ਦਿੱਕਤ ਮਹਿਸੂਸ ਕਰਦੇ, ਕੋਈ ਸ਼ਬਦ ਉਹਨੂੰ ਪ੍ਰੋਪਰ ਜਾਂ ਤਾਂ ਨੇੜੇ ਦੀ ਚੀਜ਼ ਆ ਫਿਰ ਦੂਰ ਦੀ ਚੀਜ਼ ਉਹਨੂੰ ਪ੍ਰੋਪਰ ਨਹੀਂ ਦਿਖ ਪਾਉਂਦੀ, ਇਹਦੇ ਲਈ ਉਹਨੂੰ ਲੈਂਸ ਵਗੈਰਾ ਯੂਜ਼ ਕਰਦੇ ਆ ਕਿ ਬੱਚੇ ਐਨਕਾਂ ਛੋਟੀ ਉਮਰ ਦੇ ਵਿੱਚ ਲੱਗ ਉਹ ਬੱਚੇ ਦੇ ਵਿੱਚ ਆਉਂਦੇ ਆ। ਦੇਖੋ ਇਹਦੇ ਵਿੱਚ 2 ਟਾਈਪਸ ਨੇ, ਇੱਕ ਤਾਂ ਟੋਟਲ ਵਿਜ਼ੂਅਲ ਡੈਫੀਸ਼ੀਐਂਸੀ ਹੁੰਦੀ ਆ, ਟੋਟਲ ਵਿਜ਼ੂਅਲ ਡੈਫੀਸ਼ੀਐਂਸੀ ਵਾਲੇ ਬੱਚਿਆਂ ਨੂੰ ਕੀ ਹੁੰਦਾ ਹੈ, ਥੀਸ ਆਰ ਗਿਵਨ ਐਜੂਕੇਸ਼ਨ ਥਰੂ, ਦੇਖੋ 2 ਇੱਥੇ ਮੈਂ ਲਿਖਿਆ 2, ਇੱਥੇ ਲਾਈਨ ਖਿੱਚ ਕੇ ਮੈਂ ਲਿਖਿਆ 200। ਠੀਕ ਹੈ, ਇਸ ਤਰ੍ਹਾਂ ਦੀ ਇਹਨਾਂ ਨੂੰ ਬ੍ਰੇਲ ਸਕ੍ਰਿਪਟ ਦੀ ਲੋੜ ਪੈਂਦੀ ਆ, ਬ੍ਰੇਨ ਲਿਪੀ ਦੀ ਲੋੜ ਪੈਂਦੀ ਆ 2 ਤੇ 200 ਵਾਲੀ। ਠੀਕ ਹੈ, ਤੇ ਅੱਗੇ ਗੱਲ ਕਰਦੀ ਮੈਂ ਤੁਹਾਨੂੰ ਇੱਥੇ ਪਾਰਸ਼ਲੀ ਜਿਹੜੇ ਹੁੰਦੇ ਵੀ ਜੋ ਪਾਰਸ਼ਲੀ ਵਿਜ਼ੂਅਲ ਡੈਫੀਸ਼ੀਐਂਸੀ ਮਤਲਬ ਕਿ ਹੁੰਦਾ ਇਹ ਘੱਟ, ਇਹਨੂੰ ਦਿਖਦਾ ਤਾਂ ਹੁੰਦਾ ਬਟ ਥੋੜਾ ਘੱਟ, ਇਹਨੂੰ ਬਹੁਤ ਜ਼ਿਆਦਾ ਇਹਨਾਂ ਦੀ ਨਿਗਾਹ ਜਿਹੜੀ ਖਤਮ ਹੀ ਹੁੰਦੀ ਹੈ ਤਕਰੀਬਨ, ਜਿਹੜੇ ਆ ਹੁੰਦਾ ਜਿਹੜੇ ਆਹ ਵਾਲਾ ਸੀਗਾ ਟੋਟਲ ਵਿਜ਼ੂਅਲ ਡੈਫੀਸ਼ੀਐਂਸੀ ਵਾਲੇ। ਲੇਕਿਨ ਜਿਹੜੇ ਹੁੰਦੇ ਪਾਰਸ਼ਲੀ ਵਿਜ਼ੂਅਲ ਡੈਫੀਸ਼ੀਐਂਸੀ ਇਹਨਾਂ ਲਈ ਆਪਾਂ ਕਿੰਨੇ ਦਾ ਯੂਜ਼ ਕਰ ਸਕਦੇ ਹਾਂ, ਸੌਰੀ ਇਹਦੇ ਵਿੱਚ 1 ਦਾ ਯੂਜ਼ ਕਰ ਸਕਦੇ ਹਾਂ। ਠੀਕ ਹੈ, ਇਹਦੇ ਵਾਸਤੇ 2 ਦਾ ਯੂਜ਼ ਕਰ ਸਕਦੇ, ਇਹ ਦੋਨਾਂ ਦੇ ਵਿੱਚ ਫਰਕ ਆ। ਤੇ ਦੂਸਰੀ ਗੱਲ ਜੇ ਇਹਦੇ ਵਿੱਚ ਦੇਖੀ ਜਾਵੇ ਤਾਂ ਤੁਸੀਂ ਇਹਦੇ ਵਿੱਚ ਜਿਵੇਂ ਦੇਖ ਸਕਦੇ ਹੋ, ਹੋਰ ਇਸ ਦੇ ਵਿੱਚ ਜਿਹੜਾ ਹੋ ਗਿਆ ਇਸ ਦਾ ਵਿੱਚ ਨੈਕਸਟ ਹੈ ਹਾਂ ਇਸ ਦਾ ਸੌਰੀ B ਹੋਗਾ, ਇਹਦੇ ਵਿੱਚ 2 ਦਾ ਸੀਗਾ, ਇਸ ਦੇ ਵਿੱਚ ਜਿਹੜਾ ਟੋਟਲ ਵਾਲਾ ਸੀਗਾ ਇਸ ਦਾ 2 ਸੀਗਾ ਤੇ ਇਸ ਦੇ ਵਾਲਾ ਕਿੰਨਾ ਹੋਊਗਾ B ਹੋਊਗਾ। ਠੀਕ ਹੈ, ਯਾਦ ਰੱਖੋ ਕਿੰਨਾ ਹੋਊਗਾ 20। ਠੀਕ ਹੈ, ਯਾਦ ਰੱਖੋ ਵੀ ਜਿਹੜਾ ਟੋਟਲ ਵਾਲੇ ਤਾਂ ਪੂਰੀ ਤਰ੍ਹਾਂ ਅੰਨੇ ਹੁੰਦੇ ਆ, ਮਤਲਬ ਬੱਚੇ ਬਹੁਤ ਜਮੀ ਬਿਲਕੁਲ ਨਹੀਂ ਵੇਖ ਸਕਦੇ, ਤਾਂ ਉਹਨਾਂ ਵਾਸਤੇ 2 ਤੇ 200 ਵਾਲਾ, ਤੇ ਜਿਹੜਾ ਹੁੰਦੇ ਆ ਕਿ ਪਾਰਸ਼ਲੀ ਵਿਜ਼ੂਅਲ ਡੈਫੀਸ਼ੀਐਂਸੀ ਵਾਲੇ ਉਹਨਾਂ ਵਾਸਤੇ ਕਿੰਨੇ ਵਾਲਾ 20 ਤੇ 200 ਵਾਲਾ ਯੂਜ਼ ਕੀਤਾ ਜਾਂਦਾ। ਇਹਨਾਂ ਬੱਚਿਆਂ ਵਾਸਤੇ ਆਪਾਂ ਕੀ ਐਜੂਕੇਸ਼ਨ ਕਰ ਸਕਦੇ ਹਾਂ, ਇਹਨਾਂ ਵਾਸਤੇ ਕਿਸ ਤਰ੍ਹਾਂ ਦੀ ਆਪਾਂ ਸਹੂਲਤ ਮੁਹੱਈਆ ਕਰਵਾ ਸਕਦੇ ਹਾਂ ਵੀ ਇਹ ਬੱਚੇ ਵੀ ਨਾਰਮਲ ਬੱਚਿਆਂ ਵਾਂਗ ਜੋ ਹੈ ਅੱਗੇ ਆ ਸਕਣ। ਤਾਂ ਇਹਨਾਂ ਵਾਸਤੇ ਆਪਾਂ ਯੂਜ਼ ਬ੍ਰੇਲ ਲਿਪੀ, ਬ੍ਰੇਲ ਸਕ੍ਰਿਪਟ ਆਪਾਂ ਕਹਿ ਸਕਦੇ ਜਿਸ ਨੂੰ ਇੰਗਲਿਸ਼ ਦੇ ਵਿੱਚ। ਤਾਂ ਤੁਸੀਂ ਯਾਦ ਰੱਖਿਓ ਜੇ ਤੁਹਾਨੂੰ ਆਉਂਦਾ ਵੀ ਵਿਜ਼ੂਅਲ ਬੱਚਿਆਂ ਨੂੰ ਜਿਹੜਾ ਪੜ੍ਹਾਉਣ ਵਾਸਤੇ ਜੋ ਉਹਨਾਂ ਨੂੰ ਅੱਗੇ ਮਤਲਬ ਕਿ ਸਹੀ ਜੋ ਉਹਨਾਂ ਵਾਸਤੇ ਲਰਨਿੰਗ ਵਾਸਤੇ ਉਹਨਾਂ ਵਾਸਤੇ ਕੀ ਯੂਜ਼ ਕਰ ਸਕਦੇ ਹਾਂ, ਬ੍ਰੇਲ ਲਿਪੀ ਯੂਜ਼ ਕਰ ਸਕਦੇ ਹਾਂ। ਉਹਨਾਂ ਵਾਸਤੇ ਯੂਜ਼ ਲਾਰਜ ਪ੍ਰਿੰਟ ਮਟੀਰੀਅਲ ਹੋ ਸਕਦਾ ਵੀ ਵੱਡੇ ਪ੍ਰਿੰਟ ਵਾਲੇ ਚੀਜ਼ਾਂ ਉਹਨਾਂ ਨੂੰ ਪਰ ਵੀ ਅੱਖਰ ਨੇ ਜਿਹੜੇ, ਕਿਉਂਕਿ ਉਹ ਵੱਡੇ ਅੱਖਰ ਜਦੋਂ ਹੋਣਗੇ ਬੱਚੇ ਉਸ ਨੂੰ ਸਹੀ ਤਰੀਕੇ ਨਾਲ ਛੋਟੇ ਅੱਖਰਾਂ ਵੀ ਦੇਖਣ ਵਿੱਚ ਦਿੱਕਤ ਆਉਂਦੀ ਤਾਂ ਉਹ ਵੱਡੇ ਮਟੀਰੀਅਲ ਦੇ ਆਪਾਂ ਯੂਜ਼ ਕਰ ਸਕਦੇ ਹਾਂ। ਬ੍ਰੇਲ ਲਿਪੀ ਵੈਸੇ ਬਹੁਤ ਜ਼ਿਆਦਾ ਮੇਨ ਹੈ, ਵਿਜ਼ੂਅਲ ਇੰਪੇਅਰਡ ਬੱਚੇ ਹੁੰਦੇ ਜਿਹੜੇ ਜਿਹਨੂੰ ਅੱਖਾਂ ਤੋਂ ਦੇਖਣ ਦੇ ਵਿੱਚ ਦਿੱਕਤ ਆਉਂਦੀ ਆ। ਅੱਗੇ ਸਪੈਸ਼ਲ ਕਲਾਸਿਸ ਇਹਨਾਂ ਬੱਚਿਆਂ ਦੀ ਆਪਾਂ ਲਗਾ ਸਕਦੇ ਹਾਂ। ਇਸ ਤੋਂ ਇਲਾਵਾ ਯੂਜ਼ ਗ੍ਰੀਨ ਐਂਡ ਗ੍ਰੇ ਕਲਰ ਬਲੈਕ ਬੋਰਡ, ਮਤਲਬ ਕਿ ਕਿਉਂ ਆਇਆ ਸੀ ਬੱਚਿਆਂ ਵਾਸਤੇ ਗ੍ਰੇ ਕਲਰ ਦੇ ਤੇ ਗ੍ਰੀਨ ਕਲਰ ਦੇ ਜਿਹੜੇ ਬੋਰਡ ਹੈ ਕਿਉਂ ਬਲੈਕ ਜੋ ਬੋਰਡ ਹੈ ਕਿਉਂ ਯੂਜ਼ ਕੀਤੇ ਜਾਂਦੇ ਆ, ਉਹ ਇਸੇ ਕਾਰਨ ਯੂਜ਼ ਕੀਤੇ ਜਾਂਦੇ ਆ ਕਿ ਬੱਚਿਆਂ ਦੇ ਉੱਪਰ ਜਿਹੜੇ ਦੇਖਣ ਦੇ ਵਿੱਚ ਉਹ ਚੰਗੀ ਤਰ੍ਹਾਂ ਉਹਨੂੰ ਮਤਲਬ ਕਿ ਸਮਝ ਆ ਜਾਂਦੀ ਆ, ਮਤਲਬ ਅੱਖਰ ਜਦੋਂ ਚਮਕ ਪੈਂਦੀ ਹੈ ਉਸਦੀ ਜੋ ਲਿਖਿਆ ਹੋਇਆ ਹੁੰਦਾ, ਇਸ ਕਰਕੇ ਕੀ ਆ ਗ੍ਰੇ ਤੇ ਜਿਹੜੇ ਗ੍ਰੀਨ ਕਲਰ ਦੇ ਬਲੈਕ ਬੋਰਡ ਜਿਹੜੇ ਬੋਰਡ ਨੇ ਉਹ ਯੂਜ਼ ਕੀਤੇ ਜਾਂਦੇ ਆ ਚੌਕ ਵਗੈਰਾ ਵਾਸਤੇ। ਇਸ ਤੋਂ ਬਾਅਦ ਹੀਅਰਿੰਗ ਇੰਪੇਅਰਡ ਬੱਚੇ ਕਿਹੜੇ ਹੁੰਦੇ ਆ, ਜਿਹਨੂੰ ਡੀ ਬੱਚੇ ਕਹਿ ਸਕਦੇ ਆ ਵੀ ਜਿਨ੍ਹਾਂ ਨੂੰ ਆ ਜਿਹੜਾ ਬੋਲੇ ਬੱਚੇ ਵੀ ਕਹਿੰਦੇ ਆ ਵੀ ਜਿਹਨੂੰ ਜਾਂ ਸੁਣਨ ਦੇ ਵਿੱਚ ਉਹਨਾਂ ਦੀ ਵੈਸੇ ਦੂਜੇ ਬੱਚਿਆਂ ਦੇ ਕੰਪੈਰੀਜ਼ਨ ਦੇ ਵਿੱਚ ਘੱਟ ਸੁਣ ਪਾਉਂਦੇ, ਵੀ ਉਹਨਾਂ ਸੁਣਦੇ ਨਹੀਂ, ਸੁਣਦਾ ਤਾਂ ਹੈ ਕਈਆਂ ਨੂੰ ਘੱਟ ਸੁਣਦਾ ਕਈਆਂ ਨੂੰ ਬਿਲਕੁਲ ਵੀ ਨਹੀਂ ਸੁਣਦਾ। ਦੇਖੋ ਇਹਦੇ ਵਿੱਚ ਇਹ ਲੈਵਲ ਬਣੇ ਹੋਇਆ ਇੱਕ ਸੈਵਰਲ ਲਾਸ ਆਫ ਹੀਅਰਿੰਗ, ਇਹ ਬੱਚੇ ਕਿਹੜੇ ਹੁੰਦੇ ਆ ਜਿਨ੍ਹਾਂ ਵਿੱਚ 60 ਤੋਂ 70 ਤੱਕ ਦਾ ਡੈਸੀਬਲ ਹੁੰਦਾ। ਠੀਕ ਹੈ, ਇੱਕ ਹੁੰਦੇ ਆ ਪ੍ਰੋਫਾਊਂਡ
ਪ੍ਰੋਫਾਊਂਡ ਹੀਅਰਿੰਗ ਲਾਸ ਇਹ ਹੁੰਦਾ 70 ਤੋਂ 75 ਡੈਸੀਬਲ, ਉਹ 60 ਤੋਂ 70 ਸੀ, 70 ਤੋਂ 75 ਪ੍ਰੋਫਾਊਂਡ ਹੀਅਰਿੰਗ ਲਾਸ। ਇਹ ਦੋ ਤਰ੍ਹਾਂ ਦਾ ਹੁੰਦਾ, ਦੋ ਲੈਵਲ ਹੁੰਦੇ ਆ ਜੀ ਹੀਅਰਿੰਗ ਇੰਪੇਅਰਡ ਦੇ, ਇਹ ਯਾਦ ਰੱਖਿਓ। ਇਹਦੇ ਵਾਸਤੇ ਐਜੂਕੇਸ਼ਨ ਕੀ ਹੈ ਵੀ ਇੱਕ ਤਾਂ ਲਿਪ ਰੀਡਿੰਗ ਹੋ ਸਕਦੀ ਹੈ ਵੀ ਜਦੋਂ ਆਪਾਂ ਬੱਚੇ ਨੇ ਕਿਉਂਕਿ ਉਹਨੂੰ ਵਿਖਦਾ ਤਾਂ ਹੈਗਾ, ਜਦੋਂ ਆਪਾਂ ਲਿਪ ਰੀਡਿੰਗ ਕਰਦੇ ਬੱਚੇ ਨੂੰ ਇਹਨੂੰ ਸਮਝ ਆਉਂਦੀ ਵੀ ਕਿਸ ਤਰ੍ਹਾਂ ਦਾ, ਉਹਨੂੰ ਬੱਚੇ ਨੂੰ ਆਪਾਂ ਸਿਖਾ ਸਕਦੇ ਵੀ ਲਿਪਸ ਦੇ ਇਸ ਤਰ੍ਹਾਂ ਸ਼ਬਦ ਆ ਬੋਲਿਆ ਗਿਆ, ਤਾਂ ਲਿਪਸ ਰੀਡਿੰਗ ਹੋ ਸਕਦੀ ਆ। ਆਡੀਓ ਟ੍ਰੇਨਿੰਗ ਹੋ ਸਕਦੀ ਹੈ, ਇਹਨੂੰ ਆਡੀਓ ਟ੍ਰੇਨਿੰਗ ਆਪਾਂ ਦੇ ਸਕਦੇ ਹਾਂ ਵੀ ਬੱਚਿਆਂ ਨੂੰ ਇਹ ਤਾਂ ਹੈਗਾ ਵੀ ਚਲੋ ਹੀਅਰਿੰਗ ਤਾਂ ਹੈ ਬਟ ਕਿ ਉਹਨਾਂ ਨੂੰ ਇਸ ਤਰ੍ਹਾਂ ਟ੍ਰੇਨਿੰਗ ਦੇ ਕੇ ਵੀ ਕੋਈ ਹੋਰ ਮਸ਼ੀਨਾਂ ਵਗੈਰਾ ਯੂਜ਼ ਕਰਕੇ ਆਡੀਓ ਟ੍ਰੇਨਿੰਗ ਦੇ ਸਕਦੇ ਹਾਂ। ਉਸ ਤੋਂ ਬਾਅਦ ਸਪੀਚ ਟ੍ਰੇਨਿੰਗ ਦੇਣੀ ਚਾਹੀਦੀ ਹੈ ਉਹਨੂੰ, ਠੀਕ ਹੈ। ਸਪੀਚ ਟ੍ਰੇਨਿੰਗ ਮਤਲਬ ਕਿ ਬੋਲਣ ਦਾ ਜਿਹੜਾ ਹੋ ਸਕਦਾ ਆਪਾਂ ਕਹਿ ਸਕਦੇ ਉਹਨੂੰ। ਇਸ ਤੋਂ ਬਾਅਦ ਔਰਲ ਮੈਥਡ ਯੂਜ਼ ਕਰ ਸਕਦੇ ਉਹਨਾਂ ਬੱਚਿਆਂ ਵਾਸਤੇ, ਇਹ ਇਹਦੇ ਵਾਸਤੇ ਆਪਾਂ ਯੂਜ਼ ਕਰ ਸਕਦੇ ਹਾਂ। ਦੇਖੋ ਦੁਬਾਰਾ ਇਹ ਗੱਲਾਂ ਰਿਪੀਟ, ਵੈਸੇ ਟੌਪਿਕ ਮੇਨ ਆ, ਤੁਹਾਨੂੰ ਬੱਚਿਆਂ ਬਾਰੇ ਪਤਾ ਹੋਣਾ ਚਾਹੀਦਾ ਇਹਨਾਂ ਚੀਜ਼ਾਂ ਦਾ। ਦੇਖੋ ਦੁਬਾਰਾ ਤੁਹਾਨੂੰ ਦੱਸ ਦੇਣਾ ਵੀ ਲਰਨਿੰਗ ਡਿਸੇਬਿਲਿਟੀ ਮੈਂ ਤੁਹਾਨੂੰ ਦੱਸਿਆ ਸੀਗਾ, ਡਿਸਫੇਜੀਆ ਦੱਸਿਆ ਸੀ, ਇੱਕ ਆਦੀ ਪ੍ਰੋਬਲਮ ਨਾਲ ਰਿਲੇਟਡ ਹੁੰਦੇ ਬੱਚੇ ਜੋ ਸਪੀਚ ਨਹੀਂ ਕਰ ਪਾਉਂਦੇ, ਕੋਈ ਵੀ ਕਿਸ ਤਰ੍ਹਾਂ ਦੀ ਟਾਕ ਗੱਲਾਂ ਕਿਸੇ ਨਾਲ ਕੋਈ ਆਪਦੇ ਵਿਚਾਰ ਪ੍ਰਗਟ ਕਰਨਾ ਚਾਹੁੰਦੇ ਨੇ ਬੱਚੇ, ਉਹ ਵਿਚਾਰ ਆਪਣੇ ਪ੍ਰਗਟ ਨਹੀਂ ਕਰ ਪਾਉਂਦੇ, ਦੂਸਰੇ ਸਾਹਮਣੇ ਸ਼ੋਅ ਨਹੀਂ ਕਰ ਪਾਉਂਦੇ। ਅੱਗੇ ਮੈਂ ਤੁਹਾਨੂੰ ਦੱਸਿਆ ਸੀ ਅਲੈਕਸੀਆ, ਅਲੈਕਸੀਆ ਕੀ ਹੁੰਦਾ ਵੀ ਕਾਹਦੇ ਨਾਲ ਸੰਬੰਧਿਤ ਹੁੰਦਾ, ਉਹ ਰੀਡਿੰਗ ਨਾਲ ਸੰਬੰਧਿਤ ਹੁੰਦਾ, ਪੜ੍ਹਨ ਨਾਲ ਸੰਬੰਧਿਤ ਹੁੰਦਾ। ਅੱਗੇ ਤੁਹਾਨੂੰ ਦੱਸਿਆ ਸੀ ਡਿਸਕੈਲਕੂਲੀਆ, ਕੈਲਕੂਲੇਸ਼ਨ ਦੀ ਜ਼ਰੂਰਤ ਕਿਸ ਦੇ ਵਿੱਚ ਪੈਂਦੀ ਆ, ਮੈਥ ਦੇ ਵਿੱਚ ਜ਼ਰੂਰਤ ਪੈਂਦੀ ਆ, ਚਾਹੇ ਬੱਚੇ ਜਿਹੜਾ ਮੈਥ ਦੇ ਵਿੱਚ ਵੀਕ ਹੁੰਦੇ ਆ ਉਹ ਹੁੰਦੇ ਆ। ਅੱਗੇ ਤੁਹਾਨੂੰ ਦੱਸਿਆ ਡਿਸਗ੍ਰਾਫੀਆ, ਡਿਸਗ੍ਰਾਫੀਆ ਤੁਹਾਨੂੰ ਦੱਸਿਆ ਸੀ ਵੀ ਇਹ ਰਾਈਟਿੰਗ ਨਾਲ ਸੰਬੰਧਿਤ, ਤਾਂ ਬੱਚੇ ਇਸ ਤਰ੍ਹਾਂ ਦੇ ਪ੍ਰੋਪਰ ਰਾਈਟ ਨਹੀਂ ਕਰ ਪਾਉਂਦੇ, ਸ਼ਬਦਾਂ ਦਾ ਜਿਹੜਾ ਜੋ ਲਿਖਣ ਦੇ ਵਿੱਚ ਗਲਤ ਕਰ ਸਕਦੇ। ਜਿਵੇਂ ਤੁਹਾਨੂੰ ਦੱਸਿਆ ਸੀ ਵੀ ਡੀ ਨੂੰ ਇਸ ਤਰ੍ਹਾਂ ਲਿਖਣਾ ਤਾਂ ਉਹ ਇਸ ਤਰ੍ਹਾਂ ਲਿਖ ਸਕਦੇ ਆ, ਵੀ ਲਿਖਣ ਦੇ ਵਿੱਚ ਜਿਹੜੇ ਬੱਚਿਆਂ ਨੂੰ ਦਿੱਕਤ ਆਉਂਦੀ ਆ। ਅੱਗੇ ਤੁਹਾਨੂੰ ਦੱਸਿਆ ਸੀ ਕ੍ਰੀਏਟਿਵ ਚਿਲਡਰਨ ਦੱਸਿਆ ਸੀ, ਕ੍ਰੀਏਟਿਵ ਚਿਲਡਰਨ ਦਾ ਦੱਸਿਆ ਸੀ ਵੀ ਕ੍ਰੀਏਟਿਵ ਚਿਲਡਰਨ ਉਹ ਹੁੰਦੇ ਵੀ ਜਿਹੜੇ ਬਹੁਤ ਜ਼ਿਆਦਾ ਵਧੀਆ ਐਡਜਸਟਮੈਂਟ ਕਰ ਲੈਂਦੇ ਆ, ਸਹੀ ਕੋਆਪਰੇਸ਼ਨ ਰੱਖਦੇ ਸਮਾਜ ਦੇ ਵਿੱਚ, ਤੇ ਇਸ ਤੋਂ ਇਲਾਵਾ ਇਹਨਾਂ ਦੀ ਸ਼ਰਾਰਤ ਵਗੈਰਾ ਨਹੀਂ ਕਰਦੇ ਬੜੀ ਜਲਦੀ। ਇਸ ਤੋਂ ਇਲਾਵਾ ਇਹ ਹੋਰ ਕੀ ਸੀਗਾ ਇਹਦੇ ਵਿੱਚ, ਇਹਦੇ ਵਿੱਚ ਸੀਗਾ ਵੀ ਇਹ ਹਾਈ ਇਮੈਜੀਨੇਸ਼ਨ ਪਾਵਰ ਹੁੰਦੀਆਂ, ਵੀ ਬੱਚਿਆਂ ਦੀ ਇਮੈਜੀਨੇਸ਼ਨ ਪਾਵਰ ਬਹੁਤ ਹਾਈ ਹੁੰਦੀ, ਕ੍ਰੀਏਟਿਵ ਕੰਮ ਕਰਨ ਦੇ ਵਿੱਚ ਬਹੁਤ ਮਾਹਿਰ ਹੁੰਦੇ, ਕੋਈ ਵੀ ਚੀਜ਼ ਨੂੰ ਸਮਝਾਈ ਜਾਂਦੀ ਬੜੀ ਜਲਦੀ ਕੈਪਚਰ ਕਰ ਲੈਂਦੇ ਨੇ। ਅੱਗੇ ਤੁਹਾਨੂੰ ਦੱਸਿਆ ਸੀਗਾ ਵਿਜ਼ੂਅਲ ਡਿਫਿਕਲਟੀ, ਦੇਖਣ ਦੇ ਵਿੱਚ ਜਿਹਨੂੰ ਦਿੱਕਤ ਆਉਂਦੀ ਆ, ਟੂ ਟਾਈਪਸ ਦੱਸੀ ਸੀ। ਇੱਕ ਟੋਟਲ ਵਿਜ਼ੂਅਲ ਡੈਫੀਸ਼ੀਐਂਸੀ ਸੀ, ਜਿਸ ਦੇ ਵਿੱਚ ਕੀ ਆ ਬੱਚੇ ਨੇ ਜਿਹੜੇ 2 ਤੋਂ 200 ਤੱਕ ਦੀ ਬ੍ਰੇਲ ਸਕ੍ਰਿਪਟ ਦੀ ਆਪਾਂ ਉਹਦੇ ਲਈ ਵਰਤੋਂ ਕਰ ਸਕਦੇ ਹਾਂ। ਇਸ ਤੋਂ ਬਾਅਦ ਪਾਰਸ਼ਲੀ ਵਿਜ਼ੂਅਲ ਡੈਫੀਸ਼ੀਐਂਸੀ ਉਹ ਹੁੰਦੀ ਹੈ ਜਿਹਦੇ ਵਿੱਚ ਬੱਚੇ ਨੂੰ ਆਪਾਂ 20 ਤੋਂ 200 ਦੇ ਜਿਹੜੀ 20 ਦੇ ਵਿੱਚ 200 ਦੇ ਵਿੱਚੋਂ 20 ਦੀ ਆਪਾਂ ਬ੍ਰੇਲ ਸਕ੍ਰਿਪਟ ਯੂਜ਼ ਕਰ ਸਕਦੇ ਹਾਂ। ਇਸ ਤੋਂ ਬਾਅਦ ਐਜੂਕੇਸ਼ਨ ਦੀ ਗੱਲ ਕਰੀ ਵੀ ਇਹਨਾਂ ਬੱਚਿਆਂ ਲਈ ਜਿਹੜੇ ਜ਼ਿਆਦਾ ਅੰਧੇ ਹੁੰਦੇ ਆ ਜਾਂ ਜਿਨ੍ਹਾਂ ਨੂੰ ਦੇਖਣ ਦੇ ਵਿੱਚ ਥੋੜ੍ਹੀ ਮੋਟੀ ਕਮਜ਼ੋਰੀ ਹੁੰਦੀ ਆ, ਉਹਨਾਂ ਬੱਚੇ ਲਈ ਆਪਾਂ ਬ੍ਰੇਲ ਲਿਪੀ ਦੀ ਯੂਜ਼ ਕਰ ਸਕਦੇ ਹਾਂ। ਯੂਜ਼ ਲਾਰਜ ਪ੍ਰਿੰਟ ਮਟੀਰੀਅਲ, ਉਹਨਾਂ ਵਾਸਤੇ ਆਪਾਂ ਲਾਰਜ ਮਟੀਰੀਅਲ ਪ੍ਰਿੰਟ ਜੋ ਹੈ ਮਟੀਰੀਅਲ ਆਪਾਂ ਯੂਜ਼ ਕਰਦੇ ਵੀ ਜਿਹਦੇ ਵਿੱਚ ਪ੍ਰਿੰਟ ਆ ਜਿਹੜਾ ਲਾਰਜ ਮਤਲਬ ਕਿ ਵੱਡੇ ਅੱਖਰ ਹੋਣ, ਉਹ ਦੇਖ ਸਕਦੇ ਨੇ। ਇਸ ਤੋਂ ਇਲਾਵਾ ਸਪੈਸ਼ਲ ਕਲਾਸਿਸ ਇਹਨਾਂ ਵਿੱਚ ਲਗਾਈਆਂ ਜਾ ਸਕਦੀਆਂ। ਯੂਜ਼ ਗ੍ਰੀਨ ਐਂਡ ਗ੍ਰੇ ਕਲਰ ਜੋ ਬਲੈਕ ਬੋਰਡ ਹੁੰਦਾ ਉਹਨਾਂ ਲਈ ਆਪਾਂ ਯੂਜ਼ ਕਰ ਸਕਦੇ ਹਾਂ, ਠੀਕ ਹੈ। ਨਾਮ ਆਉਂਦਾ ਵੈਸੇ ਬਲੈਕ ਬੋਰਡ ਹੀ ਵੱਧਦਾਗਾ ਉਸਨੂੰ, ਬਟ ਉਹ ਗ੍ਰੀਨ ਤੇ ਗ੍ਰੇ ਕਲਰ ਦਾ ਹੋਣਾ ਚਾਹੀਦਾ। ਇਸ ਤੋਂ ਇਲਾਵਾ ਹੀਅਰਿੰਗ ਇੰਪੇਅਰਡ ਬੱਚੇ ਜਿਨ੍ਹਾਂ ਨੂੰ ਸੁਣਨ ਦੇ ਵਿੱਚ ਡੀ ਬੱਚੇ ਆਪਾਂ ਕਹਿੰਦੇ ਉਹਨਾਂ ਵਾਸਤੇ ਆਪਾਂ ਕੀ ਕਰ ਸਕਦੇ ਹਾਂ, ਇਹ 2 ਲੈਵਲ ਹੁੰਦੇ ਨੇ ਕਿ ਸਵੇਰੇ ਲਾਸ ਆਫ ਹੀਅਰਿੰਗ, ਇਹ 60 ਤੋਂ 70 ਦਾ ਡੈਸੀਬਲ ਹੁੰਦਾ। ਇੱਕ ਹੁੰਦਾ ਪ੍ਰੋਫਾਊਂਡ ਹੀਅਰਿੰਗ ਲਾਸ, ਇਹ 70 ਤੋਂ 75 ਡੈਸੀਬਲ ਹੁੰਦਾ। ਇਹ 2 ਲੈਵਲ ਨੇ। ਇਹਨਾਂ ਵਾਸਤੇ ਐਜੂਕੇਸ਼ਨ ਵੀ ਇੱਕ ਤਾਂ ਲਿਪ ਰੀਡਿੰਗ ਇਹਨਾਂ ਬੱਚਿਆਂ ਨੂੰ ਸਿਖਾ ਸਕਦੇ ਹਾਂ, ਆਡੀਓ ਟ੍ਰੇਨਿੰਗ ਇਹਨਾਂ ਨੂੰ ਦਿੱਤੀ ਜਾ ਸਕਦੀ ਵੀ ਕੰਨਾਂ ਵਿੱਚ ਕਿਸ ਤਰ੍ਹਾਂ ਕੋਈ ਮਸ਼ੀਨਾਂ ਵਗੈਰਾ ਯੂਜ਼ ਕੀਤੀਆਂ ਜਾ ਸਕਦੀਆਂ। ਸਪੈਸ਼ਲ ਟ੍ਰੇਨਿੰਗ ਇਹਨਾਂ ਬੱਚਿਆਂ ਲਈ ਦਿੱਤੀ ਜਾ ਸਕਦੀ ਤੇ ਔਰਲ ਮੈਥਡ ਇਹਨਾਂ ਬੱਚੇ ਲਈ ਆਪਾਂ ਯੂਜ਼ ਕਰ ਸਕਦੇ ਵੀ ਬੱਚੇ ਨੂੰ ਔਰਲ ਆ ਜਿਹੜੇ ਜ਼ੁਬਾਨ ਦੇ ਰਾਹੀਂ ਉਹ ਜੋ ਕੋਈ ਵੀ ਗੱਲਾਂ ਜੋ ਨਹੀਂ ਸਮਝ ਪਾ ਰਹੇ ਉਹ ਇਹਨਾਂ ਨੂੰ ਸਮਝਾ ਸਕਦੇ ਹਾਂ। ਇਹ ਬਹੁਤ ਜ਼ਿਆਦਾ ਮੇਨ ਟੌਪਿਕ ਹੈ। ਇਸ ਦੇ ਵਿੱਚ ਜੋ ਦੇਖੋ ਆ ਮੈਂ ਤੁਹਾਨੂੰ ਕਰਵਾਇਆ ਸੀ ਨਾ ਇਹ ਲਰਨਿੰਗ ਡਿਸੇਬਿਲਿਟੀ ਵਾਲਾ। ਲਰਨਿੰਗ ਡਿਸੇਬਿਲਿਟੀ ਮੈਂ ਤੁਹਾਨੂੰ ਦੱਸਵਾਂ ਸੈਮੂਅਲ ਕਿਰਕ ਨੇ ਸ਼ਬਦ ਦਿੱਤਾ ਸੀ ਵੀ ਇਹਦੇ ਫੈਕਟਰ ਕੀ ਹੋ ਸਕਦੇ ਆ, ਠੀਕ ਹੈ। ਇਹਨਾਂ ਚੀਜ਼ਾਂ ਦੇ ਫੈਕਟਰ ਕੀ ਹੋ ਸਕਦੇ, ਇਹਦਾ ਰੀਜ਼ਨ ਇਹ ਨਹੀਂ ਹੈਗਾ ਵੀ ਇਹ ਸਿੱਧੇ ਨੇ ਜਿਹੜੇ ਮਤਲਬ ਬੱਚੇ ਵਿੱਚ ਜਲਦੀ ਹੁੰਦੇ ਆ, ਇਹਦਾ ਫੈਮਿਲੀ ਫੈਕਟਰ ਹੋ ਸਕਦੇ ਆ, ਠੀਕ ਹੈ। ਵੀ ਬੱਚੇ ਫੈਮਿਲੀ ਜੈਨੇਟਿਕ ਪ੍ਰੋਬਲਮ ਹੋ ਸਕਦੀ ਹੈ ਬੱਚੇ ਦੇ ਵਿੱਚ ਬਚਪਨ ਤੋਂ ਹੀ ਹੋ ਸਕਦੀ ਆ, ਜਾਂ ਫਿਰ ਇਹ ਕਹਿ ਸਕਦੇ ਵੀ ਪੇਰੈਂਟਸ ਦੇ ਥਰੂ ਆਈ ਹੁੰਦੀ ਹੈ, ਜਾਂ ਫਿਰ ਬੱਚਿਆਂ ਦੇ ਉੱਪਰ ਕੋਈ ਇਸ ਤਰ੍ਹਾਂ ਦੀ ਦੁਰਘਟਨਾ ਵਾਪਰੀ ਹੁੰਦੀ ਹੈ ਜਿਹਦੇ ਕਾਰਨ ਉਹ ਇੱਦਾਂ ਬਣ ਜਾਂਦੇ। ਕੋਈ ਡਰ ਉਹਨਾਂ ਦੇ ਅੰਦਰ ਬੈਠ ਸਕਦਾ ਗਾ, ਕੋਈ ਕਿਸੇ ਤਰ੍ਹਾਂ ਦੀ ਕਿਸ ਚੀਜ਼ ਤੋਂ ਡਰ ਦੇ ਕਾਰਨ ਉਹ ਆਪਣੇ ਵਿਚਾਰ ਨੇ ਸ਼ੋਅ ਨਹੀਂ ਕਰ ਪਾਉਂਦੇ। ਲਿਖਣ ਦੇ ਵਿੱਚ ਆ ਵੀ ਬੱਚੇ ਨੇ ਜਿਹੜੇ ਮਤਲਬ ਕਿ ਉਹਨੇ ਹੱਥ ਆ ਜਿਵੇਂ ਖੱਬੇ ਹੱਥ ਆ, ਬੱਚਾ ਖੱਬੇ ਹੱਥ ਨਾਲ ਸਟਾਰਟਿੰਗ ਵਿੱਚ ਲਿਖਣਾ ਬਟ ਉਸ ਨੂੰ ਫੋਰਸ ਕੀਤਾ ਗਿਆ ਤੁਸੀਂ ਹੋਰ ਹੱਥ ਯੂਜ਼ ਕਰਨਾ ਤਾਂ ਬੱਚੇ ਹੈਂਡ ਰਾਈਟਿੰਗ ਦੇ ਵਿੱਚ ਦਿੱਕਤ ਆ ਸਕਦੀ ਆ। ਕੈਲਕੂਲੇਸ਼ਨ ਦੇ ਵਿੱਚ ਹੋ ਸਕਦੀ ਬੱਚਿਆਂ ਦਾ ਜਿਹੜਾ ਜੋ ਪਹਿਲਾਂ ਹੀ ਡਰ ਬਿਠਾ ਦਿੱਤਾ ਗਿਆ ਵੀ ਮੈਥ ਇੱਦਾਂ ਹੁੰਦਾ ਵੀ ਬੱਚੇ ਸਟਾਰਟਿੰਗ ਤੋਂ ਉਸਦੇ ਕੁੱਟਮਾਰ ਜੋ ਟੀਚਰ ਦੀ ਹੋ ਸਕਦੀ ਹੈ ਜਾਂ ਪੇਰੈਂਟਸ ਦੇ ਉਹਦੇ ਪ੍ਰਤੀ ਹੋ ਸਕਦੇ, ਇਹ ਕਈ ਰੀਜ਼ਨ ਹੋ ਸਕਦੇ ਆ। ਜੋ এনवायरमेंट ਬੱਚੇ ਨੂੰ ਇਸ ਤਰ੍ਹਾਂ ਦਾ ਮਿਲਿਆ ਉਹਦੇ ਰੀਜ਼ਨ ਹੋ ਸਕਦੇ ਆ। ਕਾਫੀ ਜ਼ਿਆਦਾ ਫੈਕਟਰ ਇਹਦੇ ਉੱਤੇ ਆਪਾਂ ਕਹਿ ਸਕਦੇ ਵੀ ਰੋਲ ਪਲੇ ਕਰਦੇ ਨੇ, ਠੀਕ ਹੈ। ਕ੍ਰੀਏਟਿਵ ਬੱਚਿਆਂ ਤੁਹਾਨੂੰ ਦੱਸਿਆ ਵੀ ਮੇਨ ਜਿਹੜੇ ਡੈਲੀਕੁਐਂਟ ਚਿਲਡਰਨ ਬਾਰੇ ਤੁਹਾਨੂੰ ਪੜ੍ਹਾਇਆ ਸੀ ਉਹ ਦੇਖੋ ਬਹੁਤ ਜ਼ਿਆਦਾ ਮੇਨ ਆ ਵੀ ਬੱਚੇ ਨੇ ਜਿਹੜੇ ਕਲਾਸ ਦੇ ਵਿੱਚ ਤੁਹਾਨੂੰ ਬਹੁਤ ਜ਼ਿਆਦਾ ਦੇਖਣ ਨੂੰ ਮਿਲ ਸਕਦੇ ਇਸ ਤਰ੍ਹਾਂ ਦੇ ਬੱਚੇ। ਤਾਂ ਉੱਥੇ ਇਹ ਨਹੀਂ ਹੈਗਾ ਵੀ ਤੁਸੀਂ ਜੋ ਆਪਣਾ ਰਵੱਈਆ ਜਿਹੜਾ
बहुत ज़्यादा हार्ड कर लो। तुहाडा उत्थे रवैया ये होना चाहिए भी बच्चों को कोऑपरेशन बना के रखनी है, बच्चों को सही गाइडेंस देनी है, ठीक है, भी बच्चे ने जिहड़े सही दिशा वाल जाण, सही जिहड़ी चीज़ां ने उन्होंने मुहैया करवाउणियां। सारिਆਂ ਲਈ टीचिंग मैथड ਦੇ द्वारा भी दस्से होया भी टीचिंग मैथड बारे पढ़ाया भी किहड़े-किहड़े हुंदे आ, उन्हां दे अकॉर्डिंग तुसीं जिहड़ा बच्चों ने, क्योंकि अलग-अलग नीड्स ने। तुहानूं पहले मैं जो पढ़ाया सीगा भी अलग-अलग सारे बच्चे, कोई भी बच्चा एक दूजे दे नाल सेम नहीं मिलदा, सब दे नीड्स, सब दे जिहड़े आपां कह सकदे भी सब दे नीड्स सब अलग हुंदे, सब दे टैलेंट, सब चीज़ां अलग हुंदियां, बच्चे अलग तरह नाल सोचदे आ, तां उहदे अकॉर्डिंग आपां ने बच्चों दे नाल विचरना हुंदा। तां अलग-अलग तरह दे बच्चे, तां आपां नूं हर एक टीचिंग मैथड बारे, हर तरह दे बच्चे बारे नॉलेज होनी चाहिदी है भी किस तरह के बच्चे हैं। देखो एक आर्टिकल जिहड़ा 45 है, एक बार दसना भुल गया तुहानूं, आर्टिकल 45 की कहता भी ये सारिਆਂ ਦੀ एजुकेशन इक्वैलिटी की गल करता है भी चाहे कोई भी बच्चा किसी तरह की भी मतलब कि हो है, चाहे वो फैमिली बैकग्राउंड, उसकी कास्ट कुछ भी है, चाहे वह कुछ भी है, चाहे लड़का या लड़की है, उसने किसी तरह का कोई भेदभाव नहीं किया जा सकता, उसनों फ्री तो कंपलसरी एजुकेशन की गल करता है। किन्नी तो 6 तो 14 साल तक के बच्चों की फ्री तो कंपलसरी एजुकेशन की गल करता है भी सारे बच्चों को चाहे कोई भी उसनों एजुकेशन लैन का अधिकार है। ये 45 है जो आर्टिकल खड़ता है। तो तुहानूं दस्सिया होवे भी इस तो इलावा आर्टिकल 21 ये भी की गल करता, वो गल करता भी बच्चे फ्री तो कंपलसरी एजुकेशन की गल करता 6 तो 14 साल। एक 91 अमेंडमेंट राही 86वीं अमेंडमेंट हुई सी, ਉਹਦੇ ਵਿੱਚ ਇਹ ਗੱਲ ਕਹੀ ਗਈ ਸੀ ਵੀ ਫ੍ਰੀ ਤੇ ਕੰਪਲਸਰੀ ਐਜੂਕੇਸ਼ਨ ਹੋਣਾ ਚਾਹੀਦਾ। ਰਾਈਟ ਟੂ ਐਜੂਕੇਸ਼ਨ ਤੁਹਾਨੂੰ ਪਤਾ ਹੈ, ਰਾਈਟ ਟੂ ਐਜੂਕੇਸ਼ਨ ਦੇ ਵਿੱਚ ਵੀ ਇਹੀ ਗੱਲ ਹੋਈ ਸੀ। ਇਹ ਗੱਲਾਂ ਤੁਹਾਨੂੰ ਜੋ ਇਹਦੇ ਨਾਲ ਜੁੜੀਆਂ ਹੁੰਦੀਆਂ, ਮੈਂ 45 ਜੋ ਆਰਟੀਕਲ ਦੱਸਿਆ ਤੁਹਾਨੂੰ, ਇਸ ਦੇ ਵਿੱਚ ਇਹੀ ਗੱਲ ਕਹੀ ਗਈ ਵੀ ਸਾਰੇ ਬੱਚੇ ਚਾਹੇ ਕੋਈ ਵੀ ਆ, ਉਹਨੂੰ ਸਾਰਿਆਂ ਨੂੰ ਇੱਕੋ ਜਿਹੀ ਐਜੂਕੇਸ਼ਨ ਲੈਣ ਦਾ ਹੱਕ ਹੈ ਵੀ ਚਾਹੇ ਉਹ ਕਿਸੇ ਤਰ੍ਹਾਂ ਦੀ ਵੀ ਪ੍ਰੋਬਲਮ ਨਾਲ ਪੀੜਿਤ ਹੈ, ਵੀ ਚਾਹੇ ਉਹ ਗਰੀਬ ਹੈ, ਉਸਨੂੰ ਕਿਉਂਕਿ ਫ੍ਰੀ ਤਾਂ ਹੀ ਦਿੱਤੀ ਗਈ, ਕੰਪਲਸਰੀ ਵੀ ਜ਼ਰੂਰੀ ਆ ਪੇਰੈਂਟਸ ਤੱਕ। ਉਹ ਪਹਿਲਾਂ ਕੀ ਸੀ ਬੱਚਿਆਂ ਨਾਲ ਕੀ ਹੁੰਦਾ ਸੀ, ਉਹਨਾਂ ਨੂੰ ਫੇਲ ਹੋਣ 'ਤੇ ਹਟ ਜਾਂਦੇ ਸੀ ਜਾਂ ਪੇਰੈਂਟਸ ਉਹਦਾ ਸਾਥ, ਬਟ ਸਰਕਾਰ ਨੇ ਉਹਨਾਂ ਲਈ ਬੱਚਿਆਂ ਲਈ ਸਾਰਿਆਂ ਨੂੰ ਬਰਾਬਰਤਾ ਲਿਆਉਣ ਦੀ ਗੱਲ ਕੀਤੀ ਆ। ਦੋਸਤੋ ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨਾ ਹੀ ਹੈ। ਮੈਂ ਤੁਹਾਨੂੰ ਦੱਸਿਆ ਸੀ ਵੀ ਸਪੈਸ਼ਲ ਚਿਲਡਰਨ ਵਿਦ ਸਪੈਸ਼ਲ ਨੀਡਸ ਵਾਲਾ ਜਿਹੜਾ ਟੌਪਿਕ ਸੀਗਾ ਮੇਨ ਆ, ਤੁਸੀਂ ਧਿਆਨ ਨਾਲ ਕਰ ਲਿਓ ਤੇ ਵੀ ਜੋ ਆਰਟੀਕਲ ਤੁਹਾਨੂੰ ਦੱਸਿਆ ਇਹ ਵੀ ਯਾਦ ਰੱਖੋ, ਤੇ ਜਿਹੜੀਆਂ ਲਰਨਿੰਗ ਡਿਸੇਬਿਲਿਟੀਜ਼ ਨੇ ਇਹ ਜ਼ਰੂਰ ਚੰਗੀ ਤਰ੍ਹਾਂ ਕਰ ਲਿਓ, ਕਿਉਂਕਿ ਮੈਂ ਇਸ 'ਤੇ ਸਪੈਸ਼ਲ ਵੀਡੀਓ ਇੱਕ ਬਣਾਈ ਹੋਈ ਆ, ਉਹਦੇ ਵਿੱਚ ਸਾਰੀਆਂ ਐਕਸਪਲੇਨ ਕੀਤੀਆਂ ਹੋਈਆਂ ਨੇ, ਸਾਰਾ ਚੰਗੀ ਤਰ੍ਹਾਂ ਕਰਵਾਇਆ ਹੋਇਆ। ਤੇ ਆ ਬੱਚੇ ਨੇ ਜਿਹੜੇ ਮੈਂ ਤੁਹਾਨੂੰ ਦੱਸਿਆ ਵੀ ਇਹ ਵੀ ਤੁਹਾਡੇ ਲਈ ਬਹੁਤ ਮੇਨ। ਅੱਜ ਦੀ ਇਸ ਵੀਡੀਓ ਦੇ ਵਿੱਚ ਇੰਨੇ ਦੋਸਤੋ, ਧੰਨਵਾਦ।